ਰਵਿਦਾਸਿਆ ਟੀਵੀ ਦੇਖ ਰਹੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਜੈ ਗੁਰਦੇਵ ਜੀ। ਅੱਜ ਅਸੀਂ ਪਹੁੰਚੇ ਹਾਂ ਬਾਬਾ ਸੁੱਖੀ ਸੁੰਨੜਾ ਵਾਲਾ ਜੀ ਦੇ ਗ੍ਰਹਿ ਵਿਖੇ, ਜੋ 14 ਮਈ 2020 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ। ਅੱਜ ਉਹਨਾਂ ਦੇ ਪਰਿਵਾਰ ਨਾਲ ਬਾਬਾ ਜੀ ਦੇ ਜੀਵਨ ਬਾਰੇ ਇੱਕ ਖਾਸ ਗੱਲਬਾਤ ਕਰਨ ਜਾ ਰਹੇ ਹਾਂ। ਤੇ ਸਾਡੇ ਨਾਲ ਨੇ ਬਾਬਾ ਜੀ ਦੇ ਵੱਡੇ ਬੇਟੇ ਵਿਜੇ ਕੁਮਾਰ ਜੀ, ਛੋਟੇ ਬੇਟੇ ਅਜੇ ਕੁਮਾਰ ਜੀ ਤੇ ਬਾਬਾ ਜੀ ਦੀ ਧਰਮ ਪਤਨੀ ਕਸ਼ਮੀਰ ਕੌਰ ਜੀ। ਬਾਬਾ ਸੁੱਖੀ ਸੁੰਨੜਾ ਵਾਲੇ ਦੇ ਜੀਵਨ ਬਾਰੇ ਆਪਾਂ ਵਿਸ਼ੇਸ਼ ਗੱਲ ਉਹਨਾਂ ਦੇ ਵੱਡੇ ਬੇਟੇ ਵਿਜੇ ਜੀ ਨਾਲ ਕਰਨ ਜਾ ਰਹੇ ਹਾਂ। ਵਿਜੇ ਜੀ, ਤੁਹਾਡਾ ਰਵਿਦਾਸਿਆ ਟੀਵੀ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਘਰ ਪਹੁੰਚਣ ਤੇ ਜੀ। ਸ਼੍ਰੀ ਵਿਜੇ ਕੁਮਾਰ ਜੀ, ਆਪਣੇ ਬਾਬਾ ਜੀ ਦਾ ਮੁੱਢਲਾ ਜੀਵਨ ਕਿਹੋ ਜਿਹਾ ਤੇ ਉਹਨਾਂ ਦੇ ਪਰਿਵਾਰ ਵਿੱਚ ਕੌਣ ਕੌਣ ਨੇ? ਦੇਖੋ ਜੀ, ਸਭ ਤੋਂ ਪਹਿਲਾਂ ਰਵਿਦਾਸੀਆ ਟੀਵੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਡੇ ਗ੍ਰਹਿ ਵਿਖੇ ਪਹੁੰਚਣ ਤੇ। ਦੇਖੋ ਜੀ, ਬਾਬਾ ਜੀ ਜਿੱਦਾਂ ਹੁਣ ਡੈਡੀ ਜੀ ਹੋਣਾ ਮੇਰਾ ਦਾ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਿੱਦਾਂ ਜਨਮ ਜਿਹੜਾ ਉਹਨਾਂ ਦਾ ਹੋਇਆ ਹੈਗਾ 3 ਦਸੰਬਰ 1951 ਨੂੰ, ਤੇ ਉਹਨਾਂ ਦਾ ਜਨਮ ਹੋਇਆ ਹੈਗਾ ਜੀ ਸੁੰਨੜ ਖੁਰਦ, ਰੁੜਕੀ ਦੇ ਕੋਲ, ਇੱਥੇ ਜਲੰਧਰ 'ਚ ਪੈਂਦਾ ਸੁੰਨੜ ਖੁਰਦ ਤੋਂ। ਤੇ ਹੁਣ ਅਸੀਂ ਇੱਥੇ ਇਸ ਟਾਈਮ ਰਹਿ ਰਹੇ ਹਾਂ ਰਾਣੀਪੁਰ ਰਾਜਪੂਤਾਂ, ਇਹ ਜ਼ਿਲ੍ਹਾ ਕਪੂਰਥਲਾ ਵਿੱਚ ਪੈ ਰਿਹਾ ਪਿੰਡ ਇਹ। ਤੇ ਅਸੀਂ ਪਰਿਵਾਰਕ ਮੈਂਬਰ ਇੱਦਾਂ ਹੀ, ਮੇਰੇ ਡੈਡੀ ਜੀ ਉਹਨਾਂ ਦੇ 4 ਭਰਾ ਸੀਗੇ ਤੇ ਇਸ ਟਾਈਮ ਉਹ ਇਕੱਲੇ ਹੀ ਆ। ਤੇ ਉਹਨਾਂ ਦੇ ਸਿਸਟਰ ਆ, ਉਹ ਨੂਰਮਹਿਲ ਰਹਿੰਦੇ ਆ, ਭੂਆ ਜੀ ਸਾਡੇ। ਤੇ ਘਰ ਦੇ ਵਿੱਚ ਅਸੀਂ, ਮੈਂ ਵੱਡਾ ਬੇਟਾ ਉਹਨਾਂ ਦਾ ਵਿਜੇ ਕੁਮਾਰ, ਮੇਰਾ ਛੋਟਾ ਭਰਾ ਅਜੇ ਕੁਮਾਰ ਤੇ ਛੋਟੀ ਭੈਣ ਇੰਦਰਜੀਤ ਕੌਰ, ਤੇ ਮੇਰੇ ਮੰਮੀ ਜੀ ਕਸ਼ਮੀਰ ਕੌਰ ਜੀ। ਤੇ ਮੇਰੇ ਜਿੱਦਾਂ ਮੇਰੀ ਵਾਈਫ, ਮੇਰਾ ਵਿਆਹ ਹੋਇਆ, ਮੇਰੀ ਵਾਈਫ ਹੈਗੀ ਆ ਨੀਰਜ, ਮੇਰੇ ਬੇਟੇ ਦਾ ਨਾਮ ਹੈਗਾ ਅਜੇ ਕੁਮਾਰ। ਤੇ ਅਸੀਂ ਇਸ ਟਾਈਮ ਪਿੰਡ ਰਾਣੀਪੁਰ ਵਿੱਚ ਇੱਥੇ ਰਹਿ ਰਹੇ ਹਾਂ ਜੀ। ਵਿਜੇ ਕੁਮਾਰ ਜੀ, ਬਾਬਾ ਜੀ ਨੂੰ ਗੀਤ ਲਿਖਣ ਦਾ ਸ਼ੌਂਕ ਕਦੋਂ ਪਿਆ ਤੇ ਉਹਨਾਂ ਦੇ ਉਸਤਾਦ ਜੀ ਕੌਣ ਸਨ? ਦੇਖੋ ਜੀ, ਜਿੱਥੋਂ ਤੱਕ ਮੈਨੂੰ ਪਤਾ ਭਾਜੀ ਕਿ ਉਹਨਾਂ ਨੂੰ ਗਾਣੇ ਜਿਹੜਾ ਲਿਖਣ ਦਾ ਸ਼ੌਂਕ ਜਦੋਂ ਡੈਡੀ ਜੀ ਹੋਣੀ ਸਾਡੇ ਨਾਲ ਬੈਠ ਕੇ ਗੱਲਾਂ ਕਰਦੇ ਹੁੰਦੇ ਸੀਗੇ, ਸਾਨੂੰ ਦੱਸਦੇ ਹੁੰਦੇ ਸੀਗੇ, ਕਿਉਂਕਿ ਮੈਨੂੰ ਤਾਂ ਉਦੋਂ ਹੋਸ਼ ਵੀ ਨਹੀਂ, ਪਤਾ ਵੀ ਨਹੀਂ ਸੀਗਾ ਜਦੋਂ। ਉੱਦਾਂ ਵੈਸੇ ਉਹ ਦੱਸਦੇ ਵੀ ਮੈਂ 1965 ਤੋਂ ਗਾਣੇ ਲਿਖਣੇ ਸ਼ੁਰੂ ਕੀਤੇ ਆ। ਤੇ ਡੈਡੀ ਹੁਣੀ ਕਹਿੰਦੇ ਸੀਗੇ ਵੀ ਮੈਂ ਜਦੋਂ ਸਕੂਲ ਟਾਈਮ ਪੜ੍ਹਦਾ ਹੁੰਦਾ ਸੀਗਾ, ਤੇ ਮੇਰੇ ਉੱਥੇ ਡੈਡੀ ਹੁਣਾਂ ਦੇ ਚਾਚਾ ਜੀ ਇੱਕ ਹੁੰਦੇ ਸੀਗੇ ਆਪਣੇ ਨਰਿੰਦਰ ਪ੍ਰਕਾਸ਼ ਖੇਦੀ ਜੀ, ਉਹ ਵੀ ਕਾਫੀ ਮਸ਼ਹੂਰ ਗੀਤਕਾਰ, ਯਾਨੀ ਕਿ ਉਸ ਟਾਈਮ ਉਹਨਾਂ ਨੂੰ ਸਾਰੇ ਸਿੰਗਰ ਜਾਣਦੇ ਆ। ਇਸ ਟਾਈਮ ਵੀ ਵੇਲੇ ਪੁਰਾਣੇ ਜਮਲਾ ਜੱਟ ਜੀ ਉਹਨਾਂ ਦੇ ਸ਼ਾਗਿਰਦ ਸੀਗੇ, ਨਰਿੰਦਰ ਪ੍ਰਕਾਸ਼ ਖੇਦੀ ਉਹਨਾਂ ਦੇ ਉਹ ਸ਼ਾਗਿਰਦ ਸੀਗੇ ਜਮਲਾ ਜੱਟ ਦੀ। ਤੇ ਡੈਡੀ ਜੀ ਹੁਣ ਜਦੋਂ ਸਕੂਲ ਟਾਈਮ ਜਾਂਦੇ ਹੁੰਦੇ, ਕਹਿੰਦੇ ਵੀ ਮੈਂ ਜਦੋਂ ਸਕੂਲ ਜਾਣਾ ਮੈਨੂੰ ਰਸਤੇ 'ਚ ਉਹਨੇ ਆਵਾਜ਼ ਮਾਰ ਲੈਣੀ, ਬੇ ਸੰਤੋਖ ਮੇਰੇ ਕੋਲ ਆਏ ਰੱਖਾ, ਮੇਰਾ ਇੱਕ ਗਾਣਾ ਲਿਖ ਕੇ ਜਾ। ਤੇ ਡੈਡੀ ਜੀ ਹੁਣੀ ਕਹਿੰਦੇ ਫਿਰ ਮੈਂ ਬੈਠ ਕੇ ਉਹਨਾਂ ਦੇ ਨਾਲ ਗਾਣੇ ਲਿਖਦਾ ਹੁੰਦਾ ਸੀ। ਉਹਨਾਂ ਨੂੰ ਲਿਖਣਾ ਨਹੀਂ ਆਉਂਦਾ ਸੀਗਾ, ਸਿਰਫ ਉਹ ਬੋਲਦੇ ਹੁੰਦੇ ਸੀਗੇ। ਉਹਨਾਂ ਨੇ ਪੜ੍ਹੇ ਲਿਖੇ ਨਹੀਂ ਸੀ, ਪਰ ਗਾਣੇ ਲਿਖਣੇ ਆਉਂਦੇ ਸੀਗੇ ਉਹਨਾਂ ਨੂੰ। ਤੇ ਉਹ ਡੈਡੀ ਹੁਣੀ ਉਹਨਾਂ ਦੇ ਯਾਨੀ ਕਿ ਗਾਣੇ ਲਿਖਦੇ ਹੁੰਦੇ ਸੀਗੇ ਬਹਿ ਕੇ ਉੱਥੇ। ਕਹਿੰਦੇ ਵੀ ਮੈਂ ਲਿਖਣੇ, ਜਦੋਂ ਉਹਨੇ ਕੋਈ ਗਲਤੀਆਂ ਵੀ ਕਰਾਉਣੀਆਂ ਵਿੱਚ ਵੀ ਕੱਟ ਕੇ ਇੱਦਾਂ ਕਰਦੇ ਗਏ, ਉਹਨਾਂ ਤੋਂ ਫਿਰ ਮੈਨੂੰ ਪਤਾ ਲੱਗਣਾ ਵੀ ਕਿੱਦਾਂ ਗਾਣੇ ਲਿਖਦੇ। ਉਹਨਾਂ ਤੋਂ ਸ਼ੁਰੂ ਕੀਤਾ ਉਹਨਾਂ ਨੇ, ਪਹਿਲਾਂ ਸਟਾਰਟਿੰਗ ਵਿੱਚ ਉਹਨਾਂ ਨੂੰ ਉਸਤਾਦ ਮੰਨਿਆ ਉਹਨੇ। ਫਿਰ ਉਹਨਾਂ ਤੋਂ ਬਾਅਦ 'ਚ ਉਹਨਾਂ ਦੇ ਉਸਤਾਦ, ਉਹਨਾਂ ਦੀ ਡੈਥ ਹੋਣ ਤੋਂ ਬਾਅਦ 'ਚ ਉਹਨਾਂ ਦੇ ਉਸਤਾਦ ਆਪਣੇ ਨਿਰਦਨ ਕਰਤਾਰਪੁਰੀ ਜੀ, ਜਲੰਧਰ ਤੋਂ, ਆਪਣੇ ਕਰਤਾਰਪੁਰ ਤੋਂ, ਫਿਰ ਉਹਨਾਂ ਨੂੰ ਉਹਨੇ ਉਸਤਾਦ ਧਾਰਿਆ। ਆਪਣੇ ਬਾਬਾ ਜੀ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀਵਨ ਬਾਰੇ ਜੋ ਗੀਤ ਗਾਏ ਆ, ਨਾਮਵਰ ਗੀਤਕਾਰਾਂ ਨੇ ਗਾਏ, ਗਾਇਕਾਂ ਨੇ ਗਾਏ ਆ, ਹਾਂਜੀ। ਉਹਨਾਂ ਗਾਇਕਾਂ ਦੇ ਕੀ ਨਾਮ ਨੇ ਤੇ ਕਿਹੜੇ ਕਿਹੜੇ ਗੀਤ ਬਾਬਾ ਦੇ ਮਕਬੂਲ ਜ਼ਿਆਦਾ ਹੋਏ ਆ? ਦੇਖੋ ਜੀ, ਡੈਡੀ ਜੀ ਹੁਣਾਂ ਦੇ ਗੀਤ ਤਾਂ ਬਹੁਤ ਸਾਰੇ ਲਿਖੇ ਆ ਜੀ, ਬਹੁਤ ਸਾਰੇ ਕਲਾਕਾਰਾਂ ਨੇ ਗਾਏ ਵੀ ਆ। ਸਟਾਰਟਿੰਗ ਵਿੱਚ ਉਹਨਾਂ ਦੇ ਜਿੱਦਾਂ ਜਦੋਂ ਗਾਣੇ ਹਜੇ ਰਿਕਾਰਡ ਵੀ ਨਹੀਂ, ਉਦੋਂ ਪਹਿਲਾਂ ਸਟਾਰਟਿੰਗ ਜਦੋਂ ਪ੍ਰੋਗਰਾਮ ਚੱਲਦੇ ਹੁੰਦੇ ਸੀਗੇ, ਹਜੇ ਟੀਵੀ ਚੈਨਲ ਤੇ ਵੀ ਇੰਨੇ ਸਿੰਗਰ ਨਹੀਂ ਆ ਪਾ ਰਹੇ ਸੀਗੇ, ਬਸ ਸਿਰਫ ਰੇਡੀਓ ਟੀਵੀ ਜਿੱਦਾਂ ਇੱਦਾਂ ਚੱਲਦਾ ਹੁੰਦਾ ਸੀ ਨਾ ਪਹਿਲਾਂ ਪ੍ਰੋਗਰਾਮ। ਤੇ ਡੈਡੀ ਹੁਣਾਂ ਦੇ ਸਟਾਰਟਿੰਗ ਵਿੱਚ ਜਿੱਦਾਂ ਹੰਸ ਰਾਜ ਹੰਸ ਜੀ, ਉਹਨਾਂ ਨੇ ਵੀ ਗਾਣੇ ਸਟੇਜ ਤੇ ਕਾਫੀ ਗਾਉਂਦੇ ਰਹੇ। ਮਾਸਟਰ ਸਲੀਮ ਜੀ, ਉਹਨਾਂ ਨੇ ਵੀ ਕਾਫੀ ਗਾਣੇ ਗਾਏ ਆ। ਤੇ ਉਹਨਾਂ ਤੋਂ ਬਾਅਦ 'ਚ ਜਿਹੜੇ ਹੁਣ ਜਿੰਨੇ ਕੁ ਮੈਨੂੰ ਪਤਾ ਹੈਗਾ ਜਿਹੜੇ ਮਸ਼ਹੂਰ ਜਿੱਦਾਂ ਗਾਣੇ ਉਹਨਾਂ ਦੇ ਚੱਲੇ ਆ, ਇੱਕ ਕਲੇਰ ਕਾਂਠ ਜੀ ਉਹਨਾਂ ਨੇ ਗਾਣਾ ਗਾਇਆ ਸੀਗਾ ਵੀ ਤੇਰੇ ਚਰਨਾਂ ਵਾਲੀ ਧੂੜ ਮਿਲੇ ਤਾਂ ਲੈ ਲਈਏ। ਤੇ ਕੁਲਵੰਤ ਕਲੇਰ ਜੀ ਉਹਨਾਂ ਨੇ ਗਾਣਾ ਗਾਇਆ ਗੁਰੂ ਤਾਂ ਤੇਰਾ ਚੰਨ ਵਰਗਾ, ਮੇਰੀ ਪ੍ਰੀਤ ਨੀ ਤੇਰੀ ਪ੍ਰੀਤ ਨੀ ਚਕੋਰਾਂ ਵਰਗੀ। ਤੇ ਹੋਰ ਵੀ ਕਾਫੀ ਸਿੰਗਰਾਂ ਨੇ ਗਾਣੇ ਗਾਏ ਆ। ਹੁਣ ਇੰਨੇ ਵਿੱਚ ਨਾਮ ਲੈਣ ਲੱਗਾ ਮੈਨੂੰ, ਇੰਨੇ ਕਈਆਂ ਦੇ ਪਤਾ ਕਈਆਂ ਦੇ ਨਹੀਂ ਪਤਾ ਹੈਗਾ। ਜੇ ਆਪਾਂ ਪੰਜਾਬੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਪਾਂ ਦੇਖਦੇ ਹਾਂ, ਦੁਨੀਆ ਬਣਾਈ ਉਹਦਾ ਹਾਂਜੀ, ਰਣਜੀਤ ਰਾਣਾ ਭਾਜੀ ਹੁਣਾਂ ਨੇ ਕਾਫੀ ਗਾਣੇ ਗਾਏ ਡੈਡੀ ਹੁਣਾਂ ਦੇ, ਬਈ ਰੱਬ ਦਾ ਕੀ ਨਾਂ ਰੱਖੀਏ ਜਿਹਨੇ ਚਮੜੇ ਦੀ ਦੁਨੀਆ ਬਣਾਈ। ਤੇ ਗਾਣੇ ਤਾਂ ਬਹੁਤ ਸਾਰੇ ਹੁਣ ਮੈਨੂੰ ਇਸ ਟਾਈਮ ਅਜੇ ਮੇਰੇ ਮਾਈਂਡ 'ਚ ਨਹੀਂ ਆ, ਕਾਫੀ ਗਾਣੇ ਆ ਜੀ ਉਹਨਾਂ ਦੇ YouTube ਦੇ ਉੱਤੇ ਵੀ ਕਾਫੀ ਗਾਣੇ ਆ। ਤੇ ਉਹਨੇ ਪਹਿਲਾਂ ਜਿੱਦਾਂ YouTube ਦੇ ਉੱਤੇ ਤਾਂ ਹਜੇ ਥੋੜਾ ਹੀ ਟਾਈਮ ਹੋਇਆ ਜਾਣੀ ਕਿ ਗਾਣੇ ਆਉਂਦਿਆਂ ਨੂੰ, ਪਹਿਲਾਂ ਸਟਾਰਟਿੰਗ ਤੋਂ ਜਿੱਦਾਂ ਕੈਸਟਾਂ ਆਉਂਦੀਆਂ ਸੀਗੀਆਂ, ਕੈਸਟਾਂ ਵਿੱਚ ਕਾਫੀ ਸਿੰਗਰਾਂ ਨੇ ਗਾਣੇ ਗਾਏ ਆ।
ਤੇ ਪੰਜਾਬੀ ਬਾਬਾ ਜੀ ਦੇ ਕਿਹੜੇ ਮਕਬੂਲ ਜ਼ਿਆਦਾ ਗੀਤ ਹੋਏ ਨੇ? ਦੇਖੋ ਜੀ 1990 ਵਿੱਚ ਸਟਾਰਟਿੰਗ ਵਿੱਚ ਡੈਡੀ ਜੀ ਹੁਣਾਂ ਨੇ ਜਿਹੜੇ ਕੈਸਟ ਕਰਵਾਈ ਸੀਗੀ, ਉਹ ਆਪਣੇ ਸਿੰਗਰ ਸੀ ਲੁਧਿਆਣੇ ਤੋਂ ਸੁਮਨ ਦੱਤਾ ਜੀ। ਉਹਨਾਂ ਨੇ ਕੈਸਟ ਕੱਢੀ ਸੀ ਪੰਜਾਬੀ ਲਾਲ ਦੰਦਈਆ ਲੜ ਗਿਆ। ਉਹ ਉਸ ਟਾਈਮ ਦੀ ਬਹੁਤ ਸੁਪਰ ਹਿੱਟ ਕੈਸਟ ਗਈ ਆ ਉਹ। ਤੇ ਉਸ ਤੋਂ ਬਾਅਦ ਚ ਡੈਡੀ ਹੁਣਾਂ ਦੇ ਹੋਰ ਗਾਣੇ ਆਏ, ਸਰਬਜੀਤ ਚੀਮਾ ਜੀ ਉਹਨਾਂ ਨੇ ਗਾਏ ਆ, ਇਹ ਗੱਭਰੂ, ਤੇ ਲਖਵਿੰਦਰ ਲੱਕੀ ਨੇ ਗਾਇਆ ਗਾਣਾ, ਉਹ ਹੁਣ ਮੈਨੂੰ ਯਾਦ ਨਹੀਂ, ਬੂਟੀ, ਲਖਵਿੰਦਰ ਲੱਕੀ ਨੇ ਗਾਇਆ ਗਾਣਾ ਬੂਟੀ। ਤੇ ਹੋਰ ਵੀ ਕਾਫੀ ਸਿੰਗਰਾਂ ਨੇ, ਸਾਰਿਆਂ ਨੇ ਗਾਏ ਆ, ਹੁਣ ਮੈਨੂੰ ਇੰਨੇ ਮਾਈਂਡ ਵਿੱਚ ਨਹੀਂ ਹੈਗੇ ਜੀ। ਬਾਬਾ ਜੀ ਨੇ ਵੀ ਕੋਈ ਗੀਤ ਰਿਕਾਰਡ ਕਰਾਇਆ ਗਾ ਕੇ? ਡੈਡੀ ਉਹਨਾਂ ਨੇ ਵੀ ਕਾਫੀ ਗਾਣੇ ਰਿਕਾਰਡ ਕਰਾਏ ਆ ਜੀ। ਕੀ ਉਹਨਾਂ ਨੇ ਜਿੱਦਾਂ ਜਿਹੜਾ ਉਹ ਬੂਟੀ Song ਸੀਗਾ ਉਹ ਜੇ ਰਿਲੀਜ਼ ਕਰਨਾ ਹੈ, ਉਹਨੇ ਦੁਬਾਰਾ ਉਹਨੇ ਆਪਣੀ ਆਵਾਜ਼ ਵਿੱਚ ਗਾਇਆ ਸੀ। ਉਹਨੇ ਧਾਰਮਿਕ Song ਵੀ ਗਾਏ ਆ ਕਾਫੀ। ਤੇ ਜਿੱਦਾਂ ਉਹਨਾਂ ਦੇ ਹੁਣ ਮੈਂ ਜਿੱਦਾਂ ਉਹਨਾਂ ਦੇ 14 ਮਈ ਨੂੰ ਉਹਨਾਂ ਦੀ ਵਾਰਸੀ ਦੇ ਉੱਤੇ ਉਹਨਾਂ ਦਾ ਗਾਣਾ ਇੱਕ ਰਿਲੀਜ਼ ਕਰਾਂਗੇ, ਜਿਹੜਾ ਉਹਨੇ ਗੁਰੂ ਰਵਿਦਾਸ ਮਹਾਰਾਜ ਤੇ ਸ਼ਬਦ ਲਿਖਿਆ ਸੀ, ਉਹਨੇ ਗਾਇਆ। ਬਾਬਾ ਜੀ ਦੇ ਆਪਣੇ ਖਾਸ ਸ਼ਾਗਿਰਦ ਕਿਹੜੇ ਕਿਹੜੇ ਹੋਏ ਆ? ਡੈਡੀ ਦੇ ਸ਼ਾਗਿਰਦ ਤਾਂ ਬਹੁਤ ਸਾਰੇ ਹਨ ਜੀ, ਪਰ ਜਿਨ੍ਹਾਂ ਵਿੱਚੋਂ ਮੈਨੂੰ ਜਿੰਨੇ ਕੁ ਨਾਮ ਪਤਾ ਹੈ, ਤੇ ਉਹਨਾਂ ਦੇ ਸ਼ਾਗਿਰਦ ਨੇ ਜਿੱਦਾਂ ਸਭ ਤੋਂ ਪਹਿਲਾਂ ਆ ਗਏ ਆਪਣੇ ਮਹਿੰਦਰ ਸੰਧੂ ਮੇੜੂ ਜੀ, ਤੇ ਵਿੱਕੀ ਭੋਜੋਵਾਲੀਆ ਜੀ, ਦਵਿੰਦਰ ਹੰਸ ਜੀ, ਤੇ ਸੋਨੂ ਮੂਸਾਪੁਰੀਆ ਜੀ, ਤੇ ਹੋਰ ਜਿਨ੍ਹਾਂ ਦੇ ਮੈਨੂੰ ਨਾਮ ਪਤਾ ਮੈਂ ਉਹਨੇ ਕੁ ਤੁਹਾਨੂੰ ਦੱਸਿਆ। ਜਾਣੀ ਕਿ ਹੋਰ ਕਾਫੀ ਸਿੰਗਰ ਤਾਂ ਉਹਨਾਂ ਦੇ ਸ਼ਾਗਿਰਦ ਬਹੁਤ ਸਾਰੇ ਨੇ, ਇੰਨਾ ਕਿਤੇ ਹਜੇ ਮੈਨੂੰ ਨਾਮ ਪਤਾ ਜੀ, ਬਾਕੀ ਜ਼ਿਆਦਾ ਦੇ ਨਾਮ ਨਹੀਂ ਮੈਨੂੰ ਪਤਾ ਜੀ। ਵਿਜੇ ਕੁਮਾਰ ਜੀ ਨੇ ਜੋ ਬਾਬਾ ਜੀ ਸ਼ਾਗਿਰਦਾਂ ਬਾਰੇ ਗੱਲ ਕੀਤੀ, ਉਹਨਾਂ ਨੇ ਅਸੀਂ ਦਵਿੰਦਰ ਹੰਸ ਜੀ ਨਾਲ ਗੱਲ ਕੀਤੀ, ਆਓ ਅਸੀਂ ਉਹ ਤੁਹਾਨੂੰ ਦਿਖਾਉਂਦੇ ਹਾਂ। ਵੀ ਜੀ ਆਪਾਂ ਆਪਣੀ ਗੱਲਬਾਤ ਬਾਅਦ ਚ ਜਾਰੀ ਰੱਖਦੇ ਹਾਂ। ਬਾਬਾ ਜੀ ਦੇ ਸ਼ਾਗਿਰਦਾਂ ਵਿੱਚੋਂ ਤੇ ਗਾਇਕ ਸਾਡੇ ਦਵਿੰਦਰ ਹੰਸ ਜੀ ਸਾਡੇ ਨਾਲ ਨੇ। ਤੇ ਦਵਿੰਦਰ ਹੰਸ ਜੀ, ਆਪਣੀ ਬਾਬਾ ਸੁੱਖੀ ਸੁੰਨੜਾ ਵਾਲਾ ਜੀ ਦਾ ਤੁਹਾਡੇ ਨਾਲ ਕਿਹੋ ਜਿਹਾ ਮੇਲ ਮਿਲਾਪ ਰਿਹਾ, ਤੇ ਉਹਨਾਂ ਦੇ ਕਿਹੋ ਜਿਹੇ ਇਨਸਾਨ ਸਨ? ਤੁਹਾਡੇ ਨਾਲ ਕੋਈ ਖਾਸ ਯਾਦਗਾਰ ਪਲ ਕਿਹੜੇ ਸੀ? ਸੁੱਖੀ ਬਾਬਾ ਜੀ ਬਹੁਤ ਹੀ ਵਧੀਆ ਇਨਸਾਨ ਸੀ। ਕੋਈ ਵੀ ਇੱਥੇ ਫੰਕਸ਼ਨ ਹੁੰਦਾ ਸੀ ਰਵਿਦਾਸ ਮਹਾਰਾਜ ਦਾ, ਕਿਸੇ ਕਿਸਮ ਦਾ ਵੀ ਹੁੰਦਾ ਸੀ, ਤਾਂ ਮੋਹਰੇ ਹੋ ਕੇ ਕਰਵਾਉਂਦੇ ਹੁੰਦੇ ਸੀ ਔਰ ਪੂਰਾ ਸਹਿਯੋਗ ਦਿੰਦੇ ਸੀਗੇ। ਤੇ ਸਾਡੇ ਨਾਲ ਵੀ ਜਿੰਨਾ ਵੀ ਅਸੀਂ ਸਟੇਜਾਂ ਤੇ ਗਾਉਂਦੇ ਹਾਂ ਕਰਦੇ ਹਾਂ, ਸਾਰਾ ਉਹਨਾਂ ਨੂੰ ਹੈਗਾ। ਜਿੰਨੀ ਵੀ ਉਹਨਾਂ ਨੇ ਸਾਡੇ ਨਾਲ ਕੀਤੀ, ਬਹੁਤ ਹੀ ਜ਼ਿਆਦਾ ਵਧੀਆ ਇਨਸਾਨ ਸੀ। ਸਾਨੂੰ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਹੈ ਜੀ, ਕਦੇ ਵੀ ਘਾਟਾ ਨਹੀਂ ਪੂਰਾ ਹੋ ਸਕਦਾ। ਰਵਿਦਾਸ ਮਹਾਰਾਜ ਦੇ ਗਾਈਆਂ ਸੀ ਉਹਨੇ Song ਆਇਆ, ਜੋ ਵੀ ਕੁਛ ਸਿੱਖਿਆ ਕੀਤਾ ਉਹਨਾਂ ਕੋਲੋਂ ਕੀਤਾ ਜੀ। ਤੇ ਬਾਬਾ ਜੀ ਦਾ ਕੋਈ ਗੀਤ ਜੋ ਤੁਸੀਂ ਗਾਇਆ ਹੋਵੇ ਖਾਸ, ਤੁਹਾਨੂੰ ਯਾਦ ਹੋਵੇ? ਬੇਗਮਪੁਰਾ ਟ੍ਰੇਨ ਸੀ ਉਹਨਾਂ ਦਾ Song ਸੀ, ਇਹ ਟਾਈਮ ਹੀ ਉਹਨੇ ਲਿਖ ਕੇ ਦਿੱਤਾ ਸੀਗਾ। ਉਦੋਂ ਅਸੀਂ 2 Song ਕੀਤੇ ਸੀ, ਬਾਬਾ ਸਾਹਿਬ ਦਾ ਕੀਤਾ ਸੀਗਾ ਜੀ, ਤੇ ਉਹਨਾਂ ਤੋਂ ਅਸੀਂ ਲਿਖ ਕੇ ਪਾਸ ਕਰਵਾਉਂਦੇ ਸੀਗੇ। ਔਰ ਬੇਗਮਪੁਰਾ ਟ੍ਰੇਨ ਉਹਨਾਂ ਨੇ ਲਿਖਿਆ ਸੀਗਾ, ਬਹੁਤ ਵਧੀਆ Song ਸੀਗਾ ਜੀ। ਬੇਗਮਪੁਰਾ ਟ੍ਰੇਨ ਹੈ ਆਈ, ਆਜੋ ਸਾਰੇ ਮਾਈ ਪਾਈ, ਗੁਰੂ ਰਵਿਦਾਸ ਦੇ ਜਨਮ ਸਥਾਨ ਨੂੰ ਜਿਹਨੇ ਜਾਣਾ ਹੈ। ਸਤਿਗੁਰ ਦੀ ਬੋਲੋ ਜੈ, ਜਾਵੋ ਸੀਟਾਂ ਮਲ ਕੇ ਵੇ, ਸਤਿਗੁਰ ਦੀ ਬੋਲੋ ਜੈ, ਜਾਵੋ ਸੀਟਾਂ ਮਲ ਕੇ ਵੇ। ਇਹ ਉਹਨਾਂ ਦਾ ਸੀਗਾ ਬੇਗਮਪੁਰਾ ਟ੍ਰੇਨ, ਬਹੁਤ ਹੀ ਵਧੀਆ Song ਰਿਹਾ, ਵਧੀਆ ਸਹਿਯੋਗ ਮਿਲਿਆ ਸਾਨੂੰ ਇਹਦੇ ਵਿੱਚ। ਇਹ ਸੀ ਸਾਡੇ ਦਵਿੰਦਰ ਹੰਸ ਜੀ, ਜੋ ਬਾਬਾ ਜੀ ਦੇ ਸ਼ਾਗਿਰਦ ਤੇ ਗਾਇਕ। ਉਹਨਾਂ ਦੇ ਨਾਲ ਹੀ ਨੇ ਸਾਡੇ ਬਾਬਾ ਜੀ ਦੇ ਪਰਮ ਮਿੱਤਰ ਸ਼੍ਰੀ ਸੁਰਿੰਦਰਪਾਲ ਹੀਰ ਜੀ, ਤੇ ਉਹਨਾਂ ਨਾਲ ਆਪਾਂ ਮੁਲਾਕਾਤ ਕਰਨ ਜਾ ਰਹੇ ਹਾਂ। ਸੁਰਿੰਦਰਪਾਲ ਹੀਰ ਜੀ, ਆਪਣੇ ਬਾਬਾ ਜੀ ਦਾ ਤੁਹਾਡੇ ਨਾਲ ਕਿਹੋ ਜਿਹਾ ਪਿਆਰ ਸੀਗਾ, ਤੇ ਉਹਨਾਂ ਦਾ ਸਮਾਜ ਵਿੱਚ ਕਿਹੋ ਜਿਹੀ ਰਹਿਣੀ ਸਹਿਣੀ ਸੀ? ਬਾਬਾ ਜੀ ਦਾ ਪਿਆਰ ਤਾਂ ਮੇਰਾ ਭਰਾਵਾਂ ਤੋਂ ਹੀ ਵੱਧ ਸੀ, ਹਾਂਜੀ, ਜੋ ਕਿ ਦੋਸਤ ਜਾਂ ਭਰਾ ਹਰ ਤੋਂ ਵੱਧ ਸੀ ਉਹ। ਹਾਂਜੀ, ਮੇਰੀ ਕੋਈ ਵੀ ਤਕਲੀਫ ਜਾਂ ਕਿਸੇ ਦੀ ਵੀ ਤਕਲੀਫ ਹੋਵੇ, ਉਹਨਾਂ ਸ਼ੇਅਰ ਕਰਦਾ ਸੀ। ਮੈਂ ਉਹ ਦੱਸਦਾ ਸੀ ਕਿ ਯਾਰ ਇਦਾਂ ਨਹੀਂ, ਆਪਾਂ ਫਲਾਣੇ ਜਗ੍ਹਾ ਅਗਰ ਕਿਸੇ ਦੀ ਕੁੜੀ ਦਾ ਵਿਆਹ ਵੀ ਪਿੰਡ 'ਚ ਹੋਵੇ ਜਾਂ ਕਿਤੇ ਵੀ ਹੋਵੇ, ਕੋਈ ਤਕਲੀਫ ਹੈ ਬੰਦਾ, ਤਾਂ ਉਹਦਾ ਕਿਸੇ ਨੇ ਜੇ ਆਪ ਨਹੀਂ ਤਾਂ ਕਿਸੇ ਤੋਂ ਜ਼ਰੂਰ ਕਰਾਂਦਾ। ਬਹੁਤ ਭਲੇ ਦਾ ਕੰਮ ਕਰਦਾ ਸੀ ਬੰਦਾ ਉਹ, ਕਿਸੇ ਦਾ ਨੁਕਸਾਨ ਕਦੀ ਨਹੀਂ ਕੀਤਾ ਉਹਨੇ, ਜਿਹੜਾ ਮਰਜ਼ੀ ਕੋਈ ਜਾਵੇ ਉਹਦੇ। ਔਰ ਉਹਦੇ ਵਰਗਾ ਇਨਸਾਨ ਮੇਰੇ ਵਾਸਤੇ ਤਾਂ ਬਹੁਤ ਨੁਕਸਾਨ ਹੋਇਆ, ਮੈਨੂੰ ਕਿਸੇ ਦਾ ਨਹੀਂ ਪਤਾ, ਲੇਕਿਨ ਮੇਰੇ ਜਾਣ ਦੇ ਵਾਸਤੇ ਉਹਦਾ ਬਹੁਤ ਜਾਣ ਦਾ ਮੈਨੂੰ ਘਾਟਾ ਪੂਰਾ ਨਹੀਂ ਹੋ ਰਿਹਾ ਕਿ ਮੇਰੇ ਘਰ ਦੇ ਕੋਈ ਖੁਸ਼ੀ ਹੋਵੇ ਚਾਹੇ ਗਮੀ ਹੋਵੇ, ਕਿਉਂਕਿ ਉਹ ਹੀ ਹਰ ਕੰਮ ਸੰਭਾਲਦਾ ਸੀ। ਬਾਕੀ ਉਹਦੀ ਘਾਟ ਹੈ ਜਦੋਂ ਮੈਂ ਇਸ ਪਾਸੇ ਨਹੀਂ ਆਉਂਦਾ, ਕਿ ਜੋ ਜਾਣਦੇ ਜਿਸ ਪਾਸੇ ਘਰ ਬਾਬੇ ਦਾ ਨਾ, ਹਾਲੇ ਕਿ ਮੇਰਾ ਬਹੁਤ ਪਿਆਰਾ ਦੋਸਤ ਸੀ, ਸਭ ਕੁਝ ਜ਼ਿਆਦਾ ਉਹਦੀ ਯਾਦਾਂ ਆਉਣ ਦੇ ਕਰਕੇ ਮੈਨੂੰ ਪਤਾ ਨਹੀਂ ਸੀ ਵੀ ਚੱਲ ਜਾਣਾ। ਇੱਕ ਦਿਨ ਪਹਿਲਾਂ ਮੈਂ ਉਹਨਾਂ ਨਾਲ ਗੱਲ ਕੀਤੀ, ਵੀ ਬਾਬਾ ਵੀ ਜੇ ਤੈਨੂੰ ਰਾਤੀ ਕਹਿੰਦਾ ਬਹੁਤ ਤਕਲੀਫ ਹੋਈ ਬਾਬੇ ਨੂੰ, ਕਹਿੰਦੇ। ਮੈਂ ਕਿਹਾ ਪੁੱਛਿਆ ਤਾਂ ਬਾਬਾ ਕੀ ਗੱਲ ਹੋਈ, ਜ਼ਿਆਦਾ ਤਕਲੀਫ ਹੋਈ? ਕਹਿੰਦਾ ਯਾਰ ਮੈਂ ਕਿਹਾ ਚੱਲ, ਮੈਂ ਆਪਣੇ ਖੂਹ ਤੋਂ ਆਇਆ ਸੀ ਜ਼ਮੀਨ ਤੋਂ, ਮੈਂ ਬਾਬੇ ਨੂੰ ਮਿਲਣ ਲਿਆ ਕਿ ਰਾਤੀ ਤਕਲੀਫ ਸੀ ਇਹਨੂੰ ਜ਼ਿਆਦਾ, ਬੜਾ ਸੁਣ ਬਾਹਰ ਬੈਠਾ ਮਾਸਕ ਲਾ ਕੇ। ਮੈਨੂੰ ਕਹਿੰਦਾ ਯਾਰ ਪਤਾ ਨਹੀਂ ਕੀ ਹੋ ਗਿਆ, ਮੈਨੂੰ ਰਾਤੀ ਬਹੁਤ ਜ਼ਿਆਦਾ ਤਕਲੀਫ ਰਹੀ, ਮੈਨੂੰ ਇੱਦਾਂ ਮੇਰੇ ਮੁੱਕੇ ਮਾਰਦੇ ਰਹੇ ਮੁੰਡੇ, ਕਹਿੰਦਾ ਤੇ ਨਾ ਆਖਰੀ ਮਿਲਿਆ। ਮੈਂ ਕਿਹਾ ਜਾ ਬਾਬਾ ਕੀ ਗੱਲ ਹੋਈ, ਇੱਦਾਂ ਥੋੜ੍ਹੀ
ਮੈਂ ਚੱਲ ਆਪਾਂ ਦੋਵੇਂ ਡਾਕਟਰ ਦੇ ਚੱਲਦੇ ਹਾਂ। ਕਹਿੰਦਾ ਮੇਰੇ ਮੌਤ ਔਰ ਮੈਂ, ਮੇਰੀ ਉਮਰ ਜੇ ਹੋਰ 10 ਸਾਲ ਆ, ਮੈਂ ਮੌਤ ਦੇ ਨਾਲ ਨਾਲ ਜਾ ਰਿਹਾ। ਮੈਂ ਕਿਹਾ ਬਾਬਾ ਇਹ ਤਾਂ ਕਦੀ ਹੋ ਸਕਦਾ, ਤੂੰ ਡਰ ਗਿਆ। ਮੈਂ ਕਿਹਾ ਤੂੰ ਕੋਈ ਗੱਲ ਹੋ ਗਈ, ਤੈਨੂੰ ਜਾਤੀ ਤਕਲੀਫ ਹੈ, ਜਾ ਕੇ ਤੂੰ ਡਰ ਗਿਆ, ਇਸ ਤਰ੍ਹਾਂ ਨਹੀਂ ਹੋ ਸਕਦੀ। ਕਹਿੰਦਾ ਨਹੀਂ। ਮੈਂ ਕਿਹਾ ਚੱਲ ਬਾਬਾ ਫਗਵਾੜੇ ਚੱਲਦੇ ਹਾਂ। ਕਹਿੰਦਾ ਜੇ ਤੇਰਾ ਵੀ ਐਕਸੀਡੈਂਟ ਹੋ ਗਿਆ ਫਿਰ ਕੀ ਕਰੇਗਾ? ਕਹਿੰਦਾ ਮੈਂ ਔਰ ਮੇਰੀ ਮੌਤ ਮੇਰੇ ਨਾਲ ਨਾਲ ਜਾਂਦੀ ਹੈ, ਜਿੱਧਰ ਨੂੰ ਜਾਂਦਾ। ਜੇ ਤੇਰਾ ਵੀ ਐਕਸੀਡੈਂਟ ਹੋ ਗਿਆ ਤਾਂ ਮੈਨੂੰ ਮੇਰੀ ਮੌਤ ਵੀ ਖਰਾਬ ਕਰ ਦਿੰਦਾ। ਕਹਿੰਦਾ ਮੈਂ ਬਾਰਡਰ ਨਹੀਂ ਪਾਰ ਕਰਨਾ ਰਾਣੀਪੁਰ ਦਾ, ਬਾਇਲਾ ਨਹੀਂ ਜਾਣ ਮੰਨਿਆ ਨਹੀਂ। ਮੈਂ ਉਹਨੂੰ ਕਿਹਾ ਡਾਕਟਰ ਆਪਾਂ ਜਾਂਦੇ ਹਾਂ, 70 ਵਜੇ ਚੱਲ ਜਾਂਦੇ ਹਾਂ, ਡਾਕਟਰ ਵਧੀਆ ਆ, ਪੈਸੇ ਵੀ ਥੋੜੀ ਲੱਗਣੇ। ਮੈਂ ਕਿਹਾ ਜ਼ਿਆਦਾ 2-4 ਹਜ਼ਾਰ ਮੇਰੀ ਜੇਬੀ 'ਚ ਹੈ। ਮੈਂ ਕਿਹਾ ਮੈਂ ਉਦਾਂ ਹੀ ਆਇਆ ਸੀ ਨਾ, ਮੈਂ ਤਾਂ ਮੇਰੇ ਕੋਲ ਪੈਸੇ ਵੀ ਇੱਦਾਂ ਰੱਖੇ। ਮੈਂ ਕਿਹਾ ਬਾਬਾ 2 ਚੱਲਦੇ, ਮੈਂ ਮੁੜ ਕੇ ਆ ਜਾ ਮੋਟਰਸਾਈਕਲ ਤੇ ਬੈਠ ਚੱਲ, ਆਪਾਂ ਜਾਣਾ ਉਹਨੇ ਕਰਨਾ। ਕਹਿੰਦਾ ਨਹੀਂ, ਪਿੰਡੋਂ ਬਾਹਰ ਤਾਂ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਤੂੰ ਇੱਥੇ ਕਹਿੰਦਾ ਕੋਈ ਗੱਲਬਾਤ ਕਰਨੀ ਤਾਂ ਕਰ। ਤਕਰੀਬਨ ਮੈਂ ਕੋਈ ਘੰਟਾ ਖੜਾ ਹੋਇਆ, ਮੈਨੂੰ ਪਤਾ ਨਹੀਂ ਸੀ ਵੀ ਸਵਾਲ ਮੈਨੂੰ ਮਿਲਣਾ ਨਹੀਂ। ਦੂਸਰੇ ਦਿਨ ਸਵੇਰੇ 7 ਵਜੇ ਫੋਨ ਆਇਆ, ਕਹਿੰਦੇ ਪਤਾ ਲੱਗਾ ਜੀ ਬਾਬਾ ਜੀ, ਜਾਣੀ ਕਿ ਉਹਦੇ ਮਰਿਆ ਹੋ ਵੀ ਬੰਦਾ ਇੱਦਾਂ ਲੱਗਦਾ ਜਦ ਜਿੰਦਾ ਹੁੰਦਾ ਉਹਨੂੰ, ਜਾਂ ਉਹਦਾ ਚਿਹਰਾ ਖਰਾਬ ਨਹੀਂ ਹੋਇਆ, ਜਾਂ ਉਹਦੀ ਚਕਚ, ਮਤਲਬ ਇੱਕ ਰੱਬ ਰੂਪ ਜਿੱਦਾਂ ਕੋਈ ਰੂਹ ਨਹੀਂ ਹੁੰਦੀ, ਇਸ ਤਰ੍ਹਾਂ ਸੀ ਚਿਹਰਾ ਉਹਨਾਂ ਦਾ। ਔਰ ਕਿਸੇ ਨੂੰ ਆਖਰ ਤੱਕ ਡਰ ਨਹੀਂ ਲੱਗਾ ਤੋਂ, ਜਿਹਨਾਂ ਲੋਕੀ ਮਰੇ ਦੇ ਕੋਲ ਦੂਰ ਹੋ ਕੇ ਖੜਦੇ ਆ ਯਾਰ ਇਦਾਂ। ਲੇਕਿਨ ਅਸੀਂ ਕਦੀ ਵੀ ਇਹ ਚੀਜ਼ ਨਹੀਂ ਦੇਖੀ ਵੀ ਉਹ ਬੱਚੇ ਉਹਦੇ ਸਾਹ ਹੈ ਨਹੀਂ, ਆਖਿਰ ਦਮ ਤੱਕ ਇਸ ਤਰ੍ਹਾਂ ਹੀ ਰਿਹਾ। ਮਤਲਬ ਇੰਨੀ ਵਧੀਆ ਰੂਹ ਸੀ, ਇੰਨੀ ਪਵਿੱਤਰ ਰੂਹ ਸੀ। ਰੱਬ ਰੱਬ ਬਥੇਰਾ ਕਰਦਾ ਸੀ, ਇੰਨਾ ਕਿ ਇਹ ਨਹੀਂ ਸੀ ਵੀ ਇਕੱਲੇ ਗਾਣੇ ਹੀ ਲਿਖਦਾ ਸੀ, ਰੱਬ ਰੱਬ ਵੀ ਬਹੁਤ ਕਰਦਾ ਸੀ। ਕਿਸੇ ਦੀ ਕੋਈ ਗੱਲਬਾਤ ਹੋ ਰਹੀ, ਕਹਿਣਾ ਬਾਬਾ ਜੀ ਸਾਨੂੰ ਆਹ ਮੁਸ਼ਕਲ ਹੋਈ, ਕਹਿੰਦਾ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਫਿਕਰ ਨਹੀਂ ਕਰੋ, ਰੱਬ ਤੇ ਵਿਸ਼ਵਾਸ ਰੱਖੀਦਾ। ਮਤਲਬ ਕੋਈ ਵੀ ਗੱਲ ਰਵਿਦਾਸ ਮਹਾਰਾਜ ਦਾ ਕੰਮ ਹੋਵੇ ਤਾਂ, ਔਰ ਸਾਡੇ ਘਰ ਦਾ ਜਾਂ ਕੋਈ ਪਿੰਡ ਦੇ ਵਿੱਚ ਕੋਈ ਕੰਮ ਹੋਵੇ ਤਾਂ ਫਿਰ ਵੀ ਬਾਬਾ ਜੀ ਅੱਗੇ ਆ ਕੇ ਕਰਦੇ ਸੀ, ਕਰਾ ਦਿੰਦੇ ਸੀ। ਜਾਂ ਕਿ ਯਾਰ ਦੋਸਤ ਵੀ ਸਾਡਾ ਜਾਂਦਾ ਕਿ ਬਾਬਾ ਜੀ ਕਿਸੇ ਦੀ ਕੁੜੀ ਦਾ ਵਿਆਹ ਜਾਂ ਕੁਛ ਵਿੱਚ ਘਾਟ ਵਾ ਜਾਂ ਕੁਛ ਆ, ਉਹ ਕਰਵਾ ਦਿੰਦਾ ਸੀ। ਨਹੀਂ ਕਰ ਸਕਦਾ ਤਾਂ ਕਰਵਾ ਦਿੰਦਾ ਸੀ। ਇਹ ਉਹਦੀਆਂ ਯਾਦਾਂ ਨਹੀਂ ਭੁੱਲਣੀਆਂ। ਲੋ ਜਿਹਨਾਂ ਬੰਦੇ ਦੇ ਕੰਮ ਕੀਤੇ ਉਹਨਾਂ ਨੂੰ ਉਹ ਤਾਂ ਨਹੀਂ ਭੁੱਲ ਸਕਦਾ, ਉਹ ਦਿਲਾਂ ਵਿੱਚ ਵਸ ਗਿਆ ਉਹ। ਇਹ ਸਨ ਆਪਣੇ ਦਵਿੰਦਰ ਹੰਸ ਜੀ ਤੇ ਉਹਨਾਂ ਦੇ ਪਰਮ ਮਿੱਤਰ ਬਾਬਾ ਜੀ ਦੇ ਸੁਰਿੰਦਰਪਾਲ ਹੀਲ ਜੀ। ਜਿੱਥੇ ਜਿੱਥੇ ਪਰਿਵਾਰ ਨੂੰ ਘਾਟਾ ਪਿਆ, ਬਾਬਾ ਜੀ ਦੇ ਜਾਣ ਤੋਂ ਬਾਅਦ ਉਹਨਾਂ ਦੇ ਸੱਜਣਾ ਮਿੱਤਰਾਂ ਤੇ ਸਮਾਜ ਨੂੰ ਵੀ ਉਹਨਾਂ ਦਾ ਬਹੁਤ ਘਾਟਾ ਪਿਆ। ਇੰਨੀਆਂ ਗੱਲਾਂ ਕਰਦੇ ਅਸੀਂ ਹੁਣ ਅਗਲੀ ਗੱਲ ਕਰਦੇ ਹਾਂ ਤੇ ਬਾਬਾ ਜੀ ਦੀਆਂ ਵਿਦੇਸ਼ ਯਾਤਰਾਵਾਂ ਕਿਹੜੀਆਂ ਕਿਹੜੀਆਂ ਰਹੀਆਂ ਤੇ ਬਾਬਾ ਜੀ ਦਾ ਮਾਣ ਸਨਮਾਨ ਕਿਹੜੀਆਂ ਸੰਸਥਾਵਾਂ ਵੱਲੋਂ ਕੀਤਾ ਗਿਆ? ਵਿਦੇਸ਼ ਯਾਤਰਾ ਸਭ ਤੋਂ ਪਹਿਲਾਂ ਜੀ ਉਹ ਗਏ ਆਪਣੇ ਮਲੇਸ਼ੀਆ, ਹਾਂਜੀ, ਫਿਰ ਉਸ ਤੋਂ ਬਾਅਦ ਚ ਗਏ ਥਾਈਲੈਂਡ, ਹਾਂਜੀ, ਫਿਰ ਦੁਬਈ ਵਿੱਚ ਗਏ ਆ, ਫਿਰ ਉਸ ਤੋਂ ਬਾਅਦ ਚ ਗਏ ਕੈਨੇਡਾ ਜਾ ਕੇ, ਲਾਸਟ ਟਾਈਮ ਕੈਨੇਡਾ ਜਾ ਕੇ ਆਏ ਆ। ਹਾਂਜੀ, ਤੇ ਉਹਨਾਂ ਦਾ ਸਨਮਾਨ ਤੇ ਜਿਹੜਾ ਹੋਇਆਗਾ ਦੁਬਈ ਵਿੱਚ ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਉਹਨਾਂ ਨੇ ਕੀਤਾ ਨਾ ਸਨਮਾਨਿਤ ਉੱਥੇ ਆਪਣੇ ਦੁਬਈ ਦੇ ਵਿੱਚ। ਤੇ ਕੈਨੇਡਾ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਗੁਰਦੁਆਰਾ ਕਮੇਟੀ ਵਾਲਿਆਂ ਨੇ ਉਹਨਾਂ ਨੇ ਡੈਡੀ ਦਾ ਉੱਥੇ ਸਨਮਾਨਿਤ ਕੀਤਾ ਜੀ। ਬਾਕੀ ਇੱਥੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਕਈ ਸੰਸਥਾਵਾਂ ਜਿਹੜੀਆਂ ਗੁਰੂ ਰਵਿਦਾਸ ਮਹਾਰਾਜ ਮਿਸ਼ਨ ਦੇ ਨਾਮ ਤੇ ਸੰਸਥਾਵਾਂ ਨੇ, ਉਹਨਾਂ ਨੇ ਕਈਆਂ ਨੇ ਸਨਮਾਨਿਤ ਕੀਤਾ ਵਾ। ਮੈਂ ਸੁਣਿਆ ਕਿ ਬਾਬਾ ਜੀ ਦਾ ਇੱਕ ਗੀਤ ਬਹੁਤ ਮਕਬੂਲ ਹੋਇਆ ਸੀਗਾ, ਜੋ ਕੋਈ ਰਾਈਟਰ ਲੈ ਕੇ ਗਿਆ ਤੇ ਉਹਨੇ ਆਪਣਾ ਨਾਮ ਦਰਜ ਕਰ ਲਿਆ ਸੀ, ਉਹਦੇ ਬਾਰੇ ਵਿਸ਼ੇਸ਼ ਚਾਨਣਾ ਪਾਉਂਗੇ? ਹਾਂਜੀ ਹਾਂਜੀ ਬਿਲਕੁਲ ਜੀ। ਦੇਖੋ ਡੈਡੀ ਦੇ ਜਿੱਦਾਂ ਹੁਣ ਡੈਡੀ ਜੀ ਹੁਣੀ ਆਪਣੇ ਗਾਣੇ ਸ਼ੇਅਰ ਕਰਦੇ, ਆਪਣੇ ਸ਼ਾਗਿਰਦਾਂ ਨਾਲ ਵੀ ਸ਼ੇਅਰ ਕਰਦੇ ਆ, ਜਦੋਂ ਕਿਤੇ ਮਹਿਫਲ ਲੱਗਦੀ ਉੱਥੇ ਵੀ ਸ਼ੇਅਰ ਕਰਦੇ ਆ। ਬਹੁਤ ਸਾਰੇ ਗਾਣੇ ਇੱਦਾਂ ਦੇ ਆ ਜਿਹੜੇ ਡੈਡੀ ਉਹਨਾਂ ਦੇ ਗਾਣੇ ਲਿਖੇ ਹੋਏ ਆ, ਪਰ ਉਹ 'ਚ ਨਾਮ ਰਾਈਟਰ ਆਪਣੇ ਨਾਮ ਪਾ ਕੇ ਦੇ ਰਿਕਾਰਡ ਕਰਵਾਏ ਹੋਏ ਆ ਗਾਣੇ। ਪਰ ਉਹਨਾਂ ਵਿੱਚੋਂ ਜਿੱਦਾਂ ਸਭ ਤੋਂ ਇਸ ਟਾਈਮ ਨਛੱਤਰ ਗਿੱਲ ਨੇ ਉਹਨਾਂ ਨੇ ਗਾਣਾ ਗਾਇਆ ਸੀਗਾ, ਪੀਣ ਦਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ। ਉਹ ਡੈਡੀ ਜੀ ਉਹਨਾਂ ਦਾ ਗਾਣਾ ਲਿਖਿਆ ਹੋਇਆ ਆ ਤੇ ਉਹਦੇ ਵਿੱਚ ਨਾਮ ਦਿੱਤਾ ਹੈਗਾ ਆਪਣੇ ਗੁਰਮਿੰਦਰ ਕੈਂਡੋਵਾਲ ਨੇ। ਉਹ ਇੱਥੇ ਫਗਵਾੜੇ ਉਹਨਾਂ ਦੀ ਮੀਟਿੰਗ ਵੀ ਹੋਈ ਸੀਗੀ, ਉਹਨਾਂ ਨੇ ਗਲਤੀ ਵੀ ਆਪਣੀ ਮੰਨੀ ਸੀਗੀ, ਪਰ ਕੁਝ ਪੈਸਿਆਂ ਦੀ ਵੀ ਗੱਲ ਹੋਈ ਸੀਗੀ ਵੀ ਉਹ ਬਾਅਦ ਵਿੱਚ ਜਦੋਂ 20,000 ਦੀ ਗੱਲ ਸੀ ਬਾਬਾ ਜੀ ਦੱਸਦੇ ਸੀ ਮੈਨੂੰ। ਹਾਂਜੀ ਹਾਂਜੀ 5,000 ਉਹਨੇ ਦੇ ਦਿੱਤਾ ਸੀਗਾ, ਮੁੜ ਕੇ ਬਾਅਦ ਵਿੱਚ ਵੀ ਕੋਈ ਗੱਲ ਨਹੀਂ ਹੋਈ ਜੀ, ਨਾ ਮੁੜ ਕੇ ਕੋਈ ਫੋਨ ਉਹਨਾਂ ਦਾ ਕੋਈ ਚੱਕਿਆ ਉਹਨੇ, ਨਾ ਕੋਈ ਵਾਸਤਾ। ਉਦੋਂ ਇੱਥੇ ਕਾਫੀ ਜਾਣੀ ਕਿ ਸਿੰਗਰਾਂ ਦੇ ਵਿੱਚ ਨਛੱਤਰ ਗਿੱਲ ਭਾਈ ਨੇ ਵੀ ਕਿਹਾ ਸੀਗਾ ਵੀ ਉਹ ਡੈਡੀ ਉਹਨਾਂ ਨਾਲ ਗੱਲ ਹੋਈ ਸੀ, ਉਹ ਕਿਹਾ ਵੀ ਮੇਰਾ ਤਾਂ ਕੋਈ ਇਦਾਂ ਦੀ ਕੋਈ ਗੱਲ ਹੀ ਨਹੀਂ, ਨਾ ਤੁਹਾਡੇ ਨਾਲ ਮੇਰੀ ਕੋਈ ਇਦਾਂ ਦੀ ਗੱਲਬਾਤ ਆ ਵੀ ਜਿਹੜਾ ਇਹ ਗਾਣਾ ਹੈ ਜੇ ਮੈਨੂੰ ਪਤਾ ਤੁਹਾਡਾ ਲਿਖਿਆ ਹੋਇਆ ਤਾਂ ਮੈਂ ਤੁਹਾਡਾ ਨਾਂ ਹੀ ਲੈਣਾ ਸੀਗਾ। ਉਹਨਾਂ ਨੇ ਇਹ ਗੱਲ ਮੰਨੀ ਹੋ, ਪਰ ਗੁਰਵਿੰਦਰ ਕੈਂਡੋਵਾਲ ਨੇ ਉਹ ਗਾਣਾ ਡੈਡੀ ਤੋਂ ਕਾਫੀ ਸਾਲ ਪਹਿਲਾਂ ਲਿਆ ਸੀਗਾ ਤੇ ਉਹ ਬਾਅਦ ਵਿੱਚ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਹੁਣ ਨਹੀਂ ਯਾਦ ਹੋਣਾ, ਪਰ ਰਾਈਟਰ ਨੂੰ ਤਾਂ ਇਕੱਲਾ ਇਕੱਲਾ ਬੋਲ ਯਾਦ ਰਹਿੰਦਾ ਹੈ। ਹਾਂਜੀ ਉਹ ਪੂਰਾ ਗਾਣਾ ਸਾਰਾ ਡੈਡੀ ਉਹਨਾਂ ਦਾ ਲਿਖਿਆ ਹੋਇਆ ਸੀ ਤੇ ਉਹਦੇ ਵਿੱਚ ਨਾਮ ਸਿਰਫ ਉਹਨੇ ਆਪਣਾ ਚੇਂਜ ਕਰਕੇ ਰਿਕਾਰਡ ਕਰਵਾਤਾ ਹੈ। ਬਾਬਾ ਜੀ ਦੇ ਜਿੱਦਾਂ ਲਿਖਣ ਦਾ ਉਹਨਾਂ ਨੂੰ ਬਹੁਤ ਸ਼ੌਂਕ ਸੀ, ਉਹਨੇ ਬਹੁਤ ਸਾਰੇ ਗੀਤ ਲਿਖੇ ਬਾਬਾ ਜੀ ਨੇ। ਹਾਂਜੀ ਤੇ ਧਾਰਮਿਕ ਵੀ ਲਿਖੇ, ਪੰਜਾਬੀ ਵੀ ਲਿਖੇ, ਬਹੁਤ ਮਕਬੂਲ ਹੋਏ ਤੇ ਕਈਆਂ ਦੇ ਅੱਜ ਕੰਠ ਵੀ ਆ ਉਹ ਗੀਤ ਕੰਠ ਜਿਹੜੇ ਨੇ। ਤੇ ਬਾਬਾ ਜੀ ਦੇ ਜਾਣੀ ਕਿ ਕੋਈ ਧਾਰਮਿਕ ਕਿਤਾਬਾਂ ਜਾਂ ਦੂਜੀਆਂ ਕਿਤਾਬਾਂ ਜਾਂ ਕੋਈ ਕਾਵਿ ਸੰਗ੍ਰਹਿ ਲਿਖਿਆ ਹੋਵੇ? ਹਾਂਜੀ ਹਾਂਜੀ
ਦੇਖੋ ਜੀ, ਡੈਡੀ ਹੁਣਾਂ ਨੇ ਸਭ ਤੋਂ ਪਹਿਲਾਂ ਲਿਖੀ ਤਰਾਨੇ ਰਵਿਦਾਸ ਗੁਰੂ ਦੀ। ਹਾਂਜੀ। ਉਹ ਮੇਰੇ ਖਿਆਲ 'ਚ 1991-92 ਵਿੱਚ ਕਿਤਾਬ ਉਹ ਲਿਖੀ ਸੀਗੀ ਜੀ। ਫਿਰ ਉਹਨਾਂ ਦੀ ਹੁਣ ਇੱਕ ਕਿਤਾਬ ਹੋਰ ਛਪ ਰਹੀ ਆ, ਬਾਪੂ ਮੰਗੂ ਰਾਮ ਜੀ ਉਹਨਾਂ ਦੇ ਜੀਵਨੀ ਬਾਰੇ ਲਿਖੀ ਆ। ਹਾਂਜੀ। ਤੇ ਉਹ ਆਪਣੇ ਕੈਨੇਡਾ ਵਿੱਚ ਬਲਵੀਰ ਹੀਰ ਭਾਜੀ ਹੁਣੀ ਤੇ ਆਪਣੇ ਤੇਜਪਾਲ ਗੈਂਗਰ ਜੀ, ਉਹਨਾਂ ਨੇ ਉਹ ਕਿਤਾਬ ਛਪਵਾਉਣੀ ਆ। ਤੇ ਉੱਥੇ ਸਿਰਫ ਲੋਕਡਾਊਨ ਲੱਗਣ ਕਰਕੇ ਜਾਂ ਕਰੋਨਾ ਪ੍ਰੋਬਲਮ ਕਰਕੇ ਹਜੇ ਇਸ ਟਾਈਮ ਸਾਰੇ ਪਾਸੇ ਸਭ ਕੁਝ ਬੰਦ ਪਿਆ ਕਰਕੇ ਉਹ ਕਿਤਾਬ ਲੇਟ ਹੋਈ ਆ। ਇਸ ਟਾਈਮ ਜਦੋਂ ਸਾਰਾ ਕੁਝ ਚੱਲ ਪਿਆ ਤੇ ਉਹ ਕਿਤਾਬ ਆਪਣੀ ਹੋ ਸਕਦਾ ਕਿ ਅਗਲੇ ਮਹੀਨੇ ਵਿੱਚ ਉਹ ਵੀ ਰਿਲੀਜ਼ ਹੋ ਜਾਵੇ ਕਿਤਾਬ। ਤੇ ਜਿਹੜੀ ਬਾਬਾ ਜੀ ਦੀ ਜਿੱਦਾਂ ਲਿਖਣ ਦੀ ਵਿਰਾਸਤ ਦੇ ਵਿੱਚ ਤੁਹਾਡੇ ਕੋਈ ਪਰਿਵਾਰ ਵਿੱਚ ਇਹੋ ਜਿਹਾ ਵੀ ਲਿਖਣਾ ਜਾਣਦਾ ਹੋਵੇ ਜਾਂ ਲਿਖਣ ਦਾ ਸ਼ੌਂਕ ਹੋਵੇ, ਵੀ ਤੁਹਾਨੂੰ ਵੀ ਲਿਖਣ ਦਾ ਸ਼ੌਂਕ ਹੈ ਜਾਂ ਅਜੇ ਭਾਜੀ ਉਹਨਾਂ ਨੂੰ ਵੀ ਸ਼ੌਂਕ ਹੋਵੇ? ਹਾਂਜੀ, ਦੇਖੋ ਜੀ, ਅਜੇ ਨੂੰ ਨਹੀਂ ਹੈਗਾ ਜੀ ਸ਼ੌਂਕ, ਮੈਨੂੰ ਬਹੁਤ ਸ਼ੌਂਕ ਹੈ ਜੀ। ਮੈਂ ਕਾਫੀ ਜਿੱਦਾਂ ਸੌਂਗ ਡੈਡੀ ਉਹਨਾਂ ਦੇ ਨਾਲ ਬੈਠ ਕੇ ਲਿਖਦਾ ਵੀ ਰਿਹਾ ਤੇ ਕੁਝ ਗਾਣੇ ਰਿਕਾਰਡ ਵੀ ਹੋਏ ਆ। ਜਿੱਦਾਂ ਹਜੇ ਫਿਲਹਾਲ ਧਾਰਮਿਕ ਹੀ ਜ਼ਿਆਦਾ ਮੈਂ ਲਿਖੇ ਆ ਤੇ ਜਿੱਦਾਂ ਮੈਨੂੰ ਸ਼ੌਂਕ ਇਸ ਚੀਜ਼ ਦਾ ਹੈਗਾ ਆ। ਹੁਣ ਡੈਡੀ ਜੀ ਹੁਣੀ ਜਦੋਂ ਪੂਰੇ ਹੋਏ ਸੀਗੇ 14 ਮਈ ਨੂੰ, ਉਦੋਂ ਉਹਨਾਂ ਦੇ ਯਾਦ ਵਿੱਚ ਮੈਨੂੰ ਜਾਣੀ ਕਿ ਗਾਣਾ ਇੱਕ ਮੈਂ ਉਹਨਾਂ ਦੀ ਯਾਦ ਵਿੱਚ ਲਿਖਿਆ, ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ, 2 ਬੋਲ। ਹਾਂਜੀ। ਨਾ ਕੀਤੀ ਗੱਲ ਕੋਈ ਦਿਲ ਵਾਲੀ, ਨਾ ਕੀਤੇ ਕੋਈ ਵਿਚਾਰ ਸਾਂਝੇ, ਸਾਡੇ ਗੱਲ ਸਮਝੋਂ ਬੇਸਮਝ ਹੋਈ, ਸਾਨੂੰ ਕਰ ਦਿੱਤਾ ਪਲ ਵਿੱਚ ਬਾਂਝੇ। ਅੱਖੀਆਂ 'ਚੋਂ ਹੰਝੂ ਰੁਕਦੇ ਨਹੀਂ, ਅੱਖੀਆਂ 'ਚੋਂ ਹੰਝੂ ਰੁਕਦੇ ਨਹੀਂ, ਕੀ ਹੋਇਆ ਸਾਡੇ ਨਾਲ ਰੱਬਾ। ਪਹਿਲਾਂ ਪੁੱਛਦਾ ਸੀ ਸਾਡਾ ਹਾਲ ਬਾਪੂ, ਹੁਣ ਕੌਣ ਪੁੱਛੂਗਾ ਹਾਲ ਰੱਬਾ। ਪਹਿਲਾਂ ਪੁੱਛਦਾ ਸੀ ਸਾਡਾ ਹਾਲ ਬਾਪੂ, ਹੁਣ ਕੌਣ ਪੁੱਛੂਗਾ ਹਾਲ ਰੱਬਾ। ਇਹ ਗਾਣਾ ਮੈਂ ਪੂਰਾ ਲਿਖਿਆ ਜੀ। ਹੁਣ ਮੈਨੂੰ ਇਸ ਟਾਈਮ ਇੰਨਾ ਹੀ ਯਾਦ ਹੈ, ਪਰ ਸਾਰਾ ਗਾਣਾ ਇਹ ਵੀ ਜਲਦੀ ਵੀ ਮੈਂ ਵਧੀਆ ਕਿਸੇ ਸਿੰਗਰ ਕੋਲੋਂ ਰਿਕਾਰਡ ਕਰਵਾ ਕੇ ਇਹ ਗਾਣਾ ਜਲਦੀ ਹੀ ਮਾਰਕੀਟ ਵਿੱਚ ਰਿਲੀਜ਼ ਕਰਾਂਗੇ ਜੀ। ਡੈਡੀ ਜੀ ਉਹਨਾਂ ਦੇ ਬਹੁਤ ਸਾਰਾ ਮੈਟਰ ਉਹਨਾਂ ਦਾ ਲਿਖਿਆ ਪਿਆ ਮੇਰੇ ਕੋਲ ਹੀ ਹੈ ਜੀ ਸਾਰਾ। ਉਹਨਾਂ ਦੇ ਬਹੁਤ ਸਾਰੇ ਗਾਣੇ ਰਿਲੀਜ਼ ਹੋਣ ਵਾਲੇ ਵੀ ਹਨ ਤੇ ਕਈ ਸਿੰਗਰਾਂ ਨੇ, ਜਿੱਦਾਂ ਰਣਜੀਤ ਰਾਣਾ ਭਾਜੀ, ਉਹਨਾਂ ਦੇ ਗਾਣੇ ਬਹੁਤ ਲਿਖੇ ਰਿਕਾਰਡ ਹੋਏ ਪਏ ਆ। ਉਹਨਾਂ ਨੇ ਬਸ ਉਹ ਰਿਲੀਜ਼ ਕਰਨੇ ਹੁਣ। ਤੇ ਆਪਣੇ ਦਵਿੰਦਰ ਹੰਸ ਜੀ, ਵਿੱਕੀ ਭੋਜੋਵਾਲੀਆ ਜੀ ਤੇ ਅਮਰਜੀਤ ਅਮਰ ਜੀ, ਹੋਰ ਵੀ ਕਾਫੀ ਨਾਮਵਰ ਸਿੰਗਰ ਜਿਹੜੇ ਜਿੱਦਾਂ ਕਲੇਰਕੰਠ ਭਾਜੀ ਹੁਣੀ, ਫਿਰੋਜ਼ ਖਾਨ ਜੀ, ਉਹਨਾਂ ਨੇ ਵੀ ਡੈਡੀ ਹੁਣਾਂ ਬਾਰੇ ਹੁਣ ਗਾਣੇ ਜਿਹੜੇ ਮੇਰੇ ਉਹਨਾਂ ਨਾਲ ਡਿਸਕਸ ਚੱਲਦੀ ਪਈ, ਸਾਰੇ ਗਾਣੇ ਉਹ ਰਿਲੀਜ਼ ਹੋਣੇ ਵਾਲੇ ਆ ਜੀ। ਪਹਿਲਾਂ ਰਿਕਾਰਡ ਹੋ ਚੁੱਕੇ ਆ, ਸਿਰਫ ਰਿਲੀਜ਼ ਕਰਨੇ ਆ ਜੀ। ਤੇ ਬਾਕੀ ਡੈਡੀ ਹੁਣਾਂ ਦਾ ਬਹੁਤ ਸਾਰਾ ਮੈਟਰ ਮੇਰੇ ਕੋਲ ਕਾਫੀ ਪਿਆ ਆ, ਜਿਹੜਾ ਆਪਾਂ ਹੌਲੀ ਹੌਲੀ ਔਰ ਸਮੇਂ ਅਨੁਸਾਰ ਉਹਨਾਂ ਨੂੰ ਗਾਣਿਆਂ ਨੂੰ ਸਾਰਿਆਂ ਨੂੰ ਰਿਲੀਜ਼ ਕਰਾਂਗੇ ਜੀ। ਕਈ ਕਿਤਾਬਾਂ ਵੀ ਉਹ ਲਿਖ ਕੇ ਗਏ, ਪਹਿਲਾਂ ਹੀ ਲਿਖਿਆ ਹੋਇਆ ਪਿਆ ਉਹਨਾਂ, ਬਾਬਾ ਸਾਹਿਬ ਉਹਨਾਂ ਦੀ ਪੂਰੀ ਕਿਤਾਬ ਲਿਖੀ ਪਈ ਆ, ਤੇ ਹੋਰ ਵੀ ਸਿੱਖੀ ਇਤਿਹਾਸ ਵੀ ਬਹੁਤ ਸਾਰਾ ਲਿਖਿਆ ਪਿਆ ਆ। ਉਹ ਸਾਰੇ ਆਪਾਂ ਹੌਲੀ ਹੌਲੀ ਸਾਰਾ ਰਿਲੀਜ਼ ਕਰਾਂਗੇ। ਤੇ ਬਾਕੀ ਡੈਡੀ ਜੀ ਹੁਣਾਂ ਨੇ ਸਾਨੂੰ ਯਾਨੀ ਕਿ ਇੰਨੇ ਕੁ ਜੋਗੇ ਕਰ ਗਏ ਆ ਕਿ ਇੱਕ ਕੰਪਨੀ ਖੋਲ ਕੇ ਦੇ ਗਏ ਆ, ਕਾਸਮਿਕ ਸਾਊਂਡ, ਜਿਹਦੇ ਵਿੱਚ ਅਸੀਂ ਗਾਣੇ ਸਾਰੇ ਰਿਲੀਜ਼ ਕਰਦੇ ਆ। ਮੇਰਾ ਬ੍ਰਦਰ ਐਜ਼ ਏ ਪ੍ਰੋਡਿਊਸਰ ਉਹਦੇ ਵਿੱਚ ਜੌਬ ਕਰ ਰਿਹਾ, ਮੈਂ ਐਜ਼ ਏ ਮਿਊਜ਼ਿਕ ਡਾਇਰੈਕਟਰ ਉਹਦੇ ਵਿੱਚ ਵਰਕ ਕਰ ਰਿਹਾ ਜੀ। ਤੇ ਬਾਕੀ ਹੌਲੀ ਹੌਲੀ ਜਿੱਦਾਂ ਸਮਾਂ ਆਏਗਾ ਉਹਦੇ ਨਾਲ ਅਸੀਂ ਹੌਲੀ ਹੌਲੀ ਸਾਰੇ ਗਾਣੇ ਰਿਲੀਜ਼ ਕਰਾਂਗੇ ਜੀ। ਜਿਹੜੇ ਗਾਇਕ ਗੀਤਕਾਰ ਬਾਬਾ ਜੀ ਦੇ ਗੀਤਾਂ ਤੋਂ ਅੱਜ ਨਿਮਾਣਾ ਖੱਟ ਚੁੱਕੇ ਨੇ, ਉਹਨਾਂ ਨੇ ਤੁਹਾਡੀ ਕੋਈ ਬਾਬਾ ਜੀ ਦੇ ਜਾਣ ਤੋਂ ਬਾਅਦ ਮਦਦ ਕੀਤੀ ਹੋਵੇ? ਦੇਖੋ ਜੀ, ਹੁਣ ਜੇ ਮੈਂ ਨਾਮ ਲੈਣ ਲੱਗਾ, ਨਾਮ ਬਹੁਤ ਸਾਰੇ ਨੇ, ਪਰ ਡੈਡੀ ਹੁਣਾਂ ਦੇ ਜਿੱਦਾਂ ਜਿਹੜੇ ਫਰੈਂਡ ਸਰਕਲ ਕਹਿ ਲਓ, ਡੈਡੀ ਦੇ ਯਾਰ ਦੋਸਤ ਕਹਿ ਲਓ, ਡੈਡੀ ਦੇ ਸ਼ਾਗਿਰਦ ਕਹਿ ਲਓ, ਜਿਨ੍ਹਾਂ ਵਿੱਚ ਸਾਰਿਆਂ ਨੇ ਬਹੁਤ ਸਾਰੀ ਡੈਡੀ ਹੈਲਪ ਕੀਤੀ ਆ। ਸਾਡੇ ਡੈਡੀ ਹੁਣਾਂ ਦੇ ਹੁੰਦੇ ਹੋਏ ਵੀ ਉਹਨਾਂ ਨੇ ਕਾਫੀ ਡੈਡੀ ਦੇ ਸਾਥ ਦਿੱਤੇ ਆ। ਉਹਨਾਂ ਤੋਂ ਬਾਅਦ ਵਿੱਚ ਸਾਡੀ ਜਿੱਦਾਂ ਹੈਲਪ ਕੀਤੀ ਹੈਗੀ ਵਿੱਕੀ ਭੋਜੋਵਾਲੀਆ ਭਾਜੀ ਆਪਣੇ USA ਤੋਂ, ਤੇ ਆਪਣੇ ਮੱਖਣ ਲੋਹਾਰ ਜੀ, ਉਹਨਾਂ ਡੈਡੀ ਹੁਣਾਂ ਦੇ ਹੁੰਦੇ ਹੋਏ ਉਹਨਾਂ ਨੇ ਕਾਫੀ ਸਾਥ ਦਿੱਤਾ। ਸੁਖਦੇਵ ਸਾਹਿਲ ਜੀ ਤੇ ਹੋਰ ਵੀ ਕਈ ਸੱਜਣ ਮਿੱਤਰ ਨੇ ਜਿਹੜੇ ਕਾਫੀ ਹੈਲਪ ਕਰ ਰਹੇ ਆ। ਬਲਵੀਰ ਹੀਰ ਜੀ ਹੋ ਗਏ, ਤੇ ਮੈਨੂੰ ਹਜੇ ਕਈਆਂ ਦੇ ਨਾਮ ਨਹੀਂ ਯਾਦ, ਕਾਫੀ ਬੰਦੇ ਜਿਹੜੇ ਨਾਲ ਸਹਿਯੋਗ ਦੇ ਰਹੇ ਨੇ ਸਾਡੇ। ਕੀ ਕਾਰਨ ਹੈ ਕਿ ਬਾਬਾ ਜੀ ਦੇ ਇੰਨੇ ਮਕਬੂਲ ਹੋਣ ਤੋਂ ਬਾਅਦ ਵੀ ਉਹਨਾਂ ਦੀ ਲੋਕਾਂ ਵਿੱਚ ਇੱਕ ਪਛਾਣ ਨਹੀਂ ਬਣ ਸਕੀ ਖਾਸ? ਦੇਖੋ ਜੀ, ਡੈਡੀ ਹੁਣਾਂ ਦਾ ਮੈਂ ਜਦੋਂ ਬਹਿੰਦਾ ਹੁੰਦਾ ਸੀ ਡੈਡੀ ਹੁਣਾਂ ਦੇ ਕੋਲ, ਮੈਂ ਡੈਡੀ ਹੁਣਾਂ ਨੂੰ ਅਕਸਰ ਇਹ ਪੁੱਛਦਾ, ਮੈਂ ਕਿਹਾ ਡੈਡੀ ਜੀ ਤੁਸੀਂ ਨਾਮਵਰ ਕਲਾਕਾਰਾਂ ਨੂੰ ਗਾਣੇ ਕਿਉਂ ਨਹੀਂ ਦਿੰਦੇ ਹੈਗੇ, ਜਿਹੜੇ ਬੰਦੇ ਇੱਦਾਂ ਕਈ ਸਿੰਗਰ ਹੈਗੇ ਨਾਮਵਰ, ਵੀ ਉਹਨਾਂ ਨੂੰ ਤੁਸੀਂ। ਡੈਡੀ ਹੁਣੀ ਮੈਨੂੰ ਦੱਸਦੇ ਵੀ ਇਹ ਦੇਖੋ ਵੀ ਮੈਂ ਅੱਜ ਤੱਕ ਨਾ ਕਦੀ ਕਿਸੇ ਦੀ ਮਿਹਨਤ ਕੀਤੀ ਹੈ ਤੇ ਨਾ ਮੈਂ ਕਿਸੇ ਦੀ ਮਿਹਨਤ ਕਰਨੀ। ਮੇਰੀ ਕਲਮ ਵਿੱਚ ਇੰਨਾ ਦਮ ਹੈਗਾ ਕਿ ਮੇਰੀ ਲਿਖਤ ਨੂੰ ਕੋਈ ਸੁਣ ਕੇ ਉਹ ਮੇਰੇ ਕੋਲ ਆਪ ਗਾਣੇ ਮੰਗਦੇ, ਜਿਹੜੇ ਮੇਰੇ ਕੋਲ ਆਪ ਮੰਗਦੇ ਮੈਂ ਉਹਨਾਂ ਨੂੰ ਗਾਣੇ ਦਿੰਦਾ। ਮੈਂ ਕਿਸੇ ਦੀ ਮਿਹਨਤ ਨਹੀਂ ਕਰਨੀ, ਨਾ ਮੈਂ ਕਿਸੇ ਦਾ ਤਰਲਾ ਕਰਨਾ। ਜਿੰਨੇ ਵੀ ਅੱਜ ਤੱਕ ਡੈਡੀ ਜੀ ਦੇ ਗਾਣੇ ਰਿਕਾਰਡ ਹੋਏ ਆ, ਸਾਰੇ ਉਹਨਾਂ ਦੀ ਕਲਮ ਨੂੰ ਯਾਨੀ ਕਿ ਮੰਨਦੇ ਹੋਏ ਵੀ ਲੋਕੀ ਉਹਨਾਂ ਨੇ ਦੇਖਿਆ ਵੀ ਗੱਲਬਾਤ ਪੂਰੀ ਕਲਮ ਵਿੱਚ ਹੈਗੀ ਆ, ਤਦੇ ਲੋਕੀ ਸਾਰਿਆਂ ਨੇ ਵਧੀਆ ਸਿੰਗਰਾਂ ਨੇ ਉਹਨਾਂ ਦੇ ਗਾਣੇ ਰਿਕਾਰਡ ਕਰਵਾਏ।
ਉਹਨਾਂ ਆਪ ਨਹੀਂ ਕਦੀ ਵੀ ਉਹਨਾਂ ਨੇ ਜਾ ਕੇ ਕਿਸੇ ਦਫ਼ਤਰ ਵਿੱਚ ਬੈਠ ਕੇ ਵੀ ਮਿਹਨਤਾਂ ਕਿਸੇ ਤਰਲੇ ਕੀਤੇ। ਜਦੋਂ ਅੱਜ ਕੱਲ੍ਹ ਸਿੰਗਰ ਰਾਈਟਰ ਜਿਹੜੇ ਕਰਵਾਉਂਦੇ ਆ, ਉਹ ਮਤਲਬ ਬਾਰ-ਬਾਰ ਕੋਈ ਪੈਸੇ ਦੇ ਕੇ ਕੰਮ ਕਰਵਾ ਰਹੇ ਆ, ਵੀ ਗਾਣੇ ਰਿਕਾਰਡ ਕਰਵਾ ਰਹੇ, ਪਰ ਉਹ ਡੈਡੀ ਹੁਣਾਂ ਦੀ ਸ਼ੁਰੂ ਤੋਂ ਇਹ ਹਾਲਤ ਨਹੀਂ ਸੀ। ਪਰ ਫਿਰ ਵੀ ਜਿੱਥੋਂ ਤੱਕ ਸਾਨੂੰ ਪਤਾ ਜੀ, ਡੈਡੀ ਹੁਣਾਂ ਜਿੱਥੇ ਵੀ ਮੈਂ ਕਿਤੇ ਜਾਂਦਾ, ਜਦੋਂ ਮੈਂ ਆਪ ਖੁਦ ਐਜ਼ ਏ ਮਿਊਜ਼ੀਸ਼ੀਅਨ ਵੀ ਕੀਬੋਰਡ ਪਲੇ ਕਰ ਰਹੇ ਆ, ਪੰਜਾਬੀ ਸਿੰਗਰਾਂ ਨਾਲ ਕਈਆਂ ਨਾਲ ਪ੍ਰੋਗਰਾਮ ਲਾਏ ਆ, ਆਪਣੇ ਪੂਰੇ ਇੰਡੀਆ ਵਿੱਚ ਹਰ ਜਗ੍ਹਾ ਤੇ ਅਸੀਂ ਗਏ ਆ ਪ੍ਰੋਗਰਾਮ ਲਾਉਣ, ਤੇ ਜਿੱਥੇ ਵੀ ਜਾਂਦੇ ਸੀ ਡੈਡੀ ਨੂੰ ਕੋਈ ਨਾ ਕੋਈ ਮਿਲਣੇ, ਜਦੋਂ ਨਾਮ ਲੈਂਦਾ ਸੀ ਡੈਡੀ ਦਾ ਕੋਈ ਨਾ ਕੋਈ ਉੱਥੇ ਬੰਦਾ ਮਿਲੇ ਹੀ ਜਾਂਦਾ ਸੀ ਵਾਕਫ ਡੈਡੀ ਦਾ। ਤੇ ਬਾਕੀ ਇਦਾਂ ਅੱਜ ਕੱਲ੍ਹ ਤਾਂ ਜਿੱਦਾਂ ਹੁਣ ਸਮਾਂ ਸਾਰਾ ਪੈਸੇ ਦੇ ਜ਼ੋਰ ਤੇ ਹੈ ਜੀ, ਪੈਸੇ ਦੇ ਜ਼ੋਰ ਤੇ ਤੁਸੀਂ ਜੋ ਮਰਜ਼ੀ ਰਾਤੋਂ ਰਾਤ ਆਪਾਂ ਸਟਾਰ ਬਣ ਜਾਂਦੇ ਆ। ਪਰ ਇਹ ਹੈ ਵੀ ਜਿੱਦਾਂ ਹੁਣ ਇੱਕ ਮੁਕੰਮਲ ਰਾਈਟਰ ਜਿੱਦਾਂ ਜਿਹੜਾ ਹੈਗਾ ਆ, ਜੇ ਆਪਾਂ ਸੱਚਾਈ ਦੇ ਰਸਤੇ ਤੁਰਦੇ ਆ ਫਿਰ ਉਹਦੇ ਲਈ ਟਾਈਮ ਤਾਂ ਲੱਗਦਾ ਹੀ ਹੈ ਜੀ। ਇਹ ਬਾਬਾ ਜੀ ਦੀ ਕੋਈ ਜੀਵਨ ਵਿੱਚ ਕੋਈ ਖਾਸ ਘਟਨਾ ਜੋ ਤੁਹਾਨੂੰ ਯਾਦ ਹੋਵੇ? ਖਾਸ ਘਟਨਾ ਤਾਂ ਇਹ ਹੈ ਜੀ, ਜਿੱਦਾਂ ਹੁਣ ਡੈਡੀ ਹੁਣੀ ਸਟਾਰਟਿੰਗ ਤੋਂ ਸਾਡੇ ਨਾਲ, ਜਿੱਦਾਂ ਉਹਨੇ ਕਦੀ ਵੀ ਇਦਾਂ ਕੋਈ ਆਪਣੇ ਦਿਲ ਦੀ ਗੱਲ ਇਦਾਂ ਦੀ ਕੋਈ ਸ਼ੇਅਰ ਨਹੀਂ ਕੀਤੀ, ਸਾਡੇ ਸਿਰ ਤੇ ਕੋਈ ਬਰਡਨ ਨਹੀਂ ਪਾਇਆ, ਸਾਡੇ ਦੋਨਾਂ ਭਰਾਵਾਂ ਦੀ ਜਾਂ ਪੂਰੇ ਪਰਿਵਾਰ ਵਿੱਚ ਕੋਈ ਵੀ ਇਦਾਂ ਦੀ ਗੱਲ, ਜੇ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਜਾਂ ਕੋਈ ਕਿਸੇ ਨਾਲ ਕੋਈ ਲੈਣਾ ਦੇਣਾ ਸੀਗਾ, ਉਹ ਨਹੀਂ ਸਾਡੇ ਨਾਲ ਸ਼ੇਅਰ ਨਹੀਂ ਕੀਤਾ ਇਦਾਂ ਦਾ ਕੋਈ ਵੀ ਘਟਨਾ। ਤਾਂ ਯਾਨੀ ਕਿ ਜਿੱਥੋਂ ਤੱਕ ਅਸੀਂ ਦੇਖਦੇ ਹਾਂ, ਮੈਂ ਮਹਿਸੂਸ ਕੀਤੀਆਂ ਜਿਹੜੀਆਂ ਗੱਲਾਂ ਕਦੀ ਡੈਡੀ ਨੇ ਸਾਡੇ ਨਾਲ ਸ਼ੇਅਰ ਨਹੀਂ ਕੀਤੀਆਂ, ਪਰ ਜਿੱਥੋਂ ਤੱਕ ਮੈਂ ਮਹਿਸੂਸ ਕੀਤੀ ਉਹਨੇ ਸਟਰਗਲ ਬਹੁਤ ਜ਼ਿਆਦਾ ਕੀਤੀ ਆ। ਕਈ ਇਦਾਂ ਦੇ ਆ ਵੀ ਉਹਨਾਂ ਤੇ ਪ੍ਰੋਬਲਮ ਆਈਆਂ, ਪਰ ਉਹ ਸਾਡੇ ਕੰਨੀ ਤੱਕ ਨਹੀਂ ਪਈਆਂ। ਸਾਨੂੰ ਜਿੱਦਾਂ ਯਾਰ ਦੋਸਤ ਕਈ ਡੈਡੀ ਦੇ ਜਿਹੜੇ, ਉਹ ਸਾਨੂੰ ਦੱਸ ਦਿੰਦੇ ਸੀਗੇ ਵੀ ਇਦਾਂ ਇਦਾਂ ਕਰਕੇ ਬਾਬਾ ਜੀ ਉਹਨਾਂ ਨਾਲ ਜੇ ਆਹ ਪ੍ਰੋਬਲਮ ਕੋਈ ਵੀ ਵਿੱਚ ਹੋਈਆਂ ਕਈ ਇਦਾਂ, ਪਰ ਉਹਦੇ ਬਾਰੇ ਮੈਨੂੰ ਇੰਨਾ ਕਲੀਅਰ ਨਹੀਂ ਹੈਗਾ ਜੀ। ਬਾਬਾ ਜੀ ਦੇ ਆਖਰੀ ਪਲ ਜੋ ਤੁਹਾਡੇ ਨਾਲ ਸਾਂਝੇ ਕੀਤੇ ਹੋਣ? ਹਾਂਜੀ, ਡੈਡੀ ਜੀ ਹੁਣਾਂ ਨਾਲ ਜਿਹੜੇ ਮੇਰੇ ਆਖਰੀ ਮੁਲਾਕਾਤ ਹੋਈ ਆ, ਉਹ ਹੈ ਜੀ 12 ਮਈ ਨੂੰ, ਜਦੋਂ ਡੈਡੀ ਹੁਣੀ 11 ਮਈ ਨੂੰ ਰਾਤ ਨੂੰ ਬਿਮਾਰ ਹੋਏ ਆ। ਬ੍ਰਦਰ ਮੇਰੇ ਦਾ ਮੈਨੂੰ ਫੋਨ ਆਇਆ, ਕਹਿੰਦੇ ਵੀ ਡੈਡੀ ਜੀ ਹੁਣੀ ਠੀਕ ਨਹੀਂ ਹੈਗੇ, ਵੀ ਉਹਨਾਂ ਦੇ ਦਰਦ ਹੁੰਦੀ ਪਈ ਪੇਟ ਵਿੱਚ। ਤੇ ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਫਗਵਾੜੇ ਰਹਿੰਦਾ ਤੇ ਮੇਰਾ ਬ੍ਰਦਰ ਛੋਟਾ ਇੱਥੇ ਰਹਿੰਦਾ ਹੈ, ਤੇ ਮੈਂ ਇਹਨਾਂ ਨੂੰ ਕਿਹਾ ਵੀ ਜੇ ਜ਼ਿਆਦਾ ਪ੍ਰੋਬਲਮ ਤਾਂ ਤੁਸੀਂ ਸ਼ਹਿਰ ਲੈ ਆਓ। ਫਿਰ ਥੋੜੇ ਸਮੇਂ ਬਾਅਦ, 1 ਘੰਟੇ ਬਾਅਦ ਮੈਨੂੰ ਡੈਡੀ ਦਾ ਫੋਨ ਆ ਗਿਆ। ਮੈਨੂੰ ਕਹਿੰਦੇ ਯਾਰ ਬਈ ਮੇਰੇ ਨਾ ਪੇਟ 'ਚ ਗੈਸ ਹੀ ਬਣੀ ਸੀਗੀ, ਤੇ ਉਹਦੇ ਕਰਕੇ ਵੀ ਮੈਂ ਪ੍ਰੋਬਲਮ ਜੀ ਹੋ ਗਈ ਸੀ, ਮੈਨੂੰ ਥੋੜਾ ਜਿਹਾ ਏਦਾਂ ਲੱਗਦਾ ਸੀਗਾ ਵੀ ਮੈਨੂੰ ਚੱਕਰ ਹੀ ਆਉਂਦੇ ਆ, ਵੀ ਹੁਣ ਮੈਂ ਠੀਕ ਆ, ਹੁਣ ਤੁਸੀਂ ਟੈਨਸ਼ਨ ਨਾ ਲਓ, ਵੀ ਸਵੇਰੇ ਆਪਾਂ ਡਾਕਟਰ ਦੇ ਕੋਲੋਂ ਚੈੱਕ ਕਰਾ ਲਵਾਂਗੇ। ਮੈਂ ਕਿਹਾ ਚਲੋ ਠੀਕ ਹੈ, ਪਰ ਮੈਨੂੰ ਰਾਤ ਨੂੰ ਚੈਨ ਜਿਹਾ ਨਹੀਂ ਮਿਲਿਆ। ਮੈਂ ਸਵੇਰੇ 7-8 ਵਜੇ ਇੱਥੇ ਡੈਡੀ ਇੱਥੇ ਆ ਗਿਆ। ਜਦੋਂ ਆਇਆ ਤਾਂ ਇੱਥੇ ਘਰ ਦੇ ਵਿੱਚ ਡੈਡੀ ਹੁਣੀ ਉਹ ਬੈੱਡ ਦੇ ਉੱਤੇ ਪਏ ਸੀਗੇ। ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਮੈਂ ਤੇ ਦਵਿੰਦਰ ਭਾਜੀ ਵੀ ਆਪਣੇ ਆਏ ਨਾਲ, ਤੇ ਉੱਥੇ ਬੈਠ ਕੇ ਅਸੀਂ ਗੱਲਾਂ ਬਾਤਾਂ ਕੀਤੀਆਂ। ਉਹਨਾਂ ਨੂੰ ਚੰਗਾ ਚਿਰ ਗੱਲਾਂ ਬਾਤਾਂ ਕਰਦੇ ਰਹੇ ਅਸੀਂ, ਤੇ ਕੋਈ ਇਦਾਂ ਦੀ ਗੱਲ ਨਹੀਂ ਸੀ, ਬੜੇ ਵਧੀਆ ਠੀਕ ਠਾਕ ਸੀ, ਹੱਸ ਖੇਡ ਕੇ ਗੱਲਾਂ ਕਰਦੇ ਰਹੇ। ਉਸ ਤੋਂ ਬਾਅਦ ਵਿੱਚ 12 ਮਈ ਵੀ ਨਿਕਲ ਗਈ, 13 ਮਈ ਨੂੰ ਵੀ ਸਾਰੀ ਗੱਲਬਾਤ ਕਰ ਰਹੇ, ਕੋਈ ਗੱਲਬਾਤ ਇਦਾਂ ਦੀ। 13 ਮਈ ਰਾਤ ਨੂੰ ਮੈਨੂੰ 5:30 ਵਜੇ ਸ਼ਾਮ ਨੂੰ 13 ਮਈ ਨੂੰ ਮੈਨੂੰ ਫੋਨ ਆਇਆ ਡੈਡੀ ਹੁਣਾਂ ਦਾ। ਮੈਨੂੰ ਕਹਿੰਦੇ ਯਾਰ ਮੈਂ ਨਹਾ ਕੇ ਹਟਿਆ, ਵੀ ਮੇਰੇ ਪੇਟ ਦੇ ਵਿੱਚ ਗੈਸ ਹੀ ਬਣੀ ਹੈ, ਵੀ ਮੈਨੂੰ ਚੱਕਰ ਜਿਹਾ ਆਇਆ। ਮੈਂ ਕਿਹਾ ਡੈਡੀ ਜੇ ਜ਼ਿਆਦਾ ਪ੍ਰੋਬਲਮ ਹੈ ਤੁਸੀਂ ਆ ਜਾਓ ਹੁਣੀ ਸ਼ਹਿਰ, ਵੀ ਆਪਾਂ ਚੈੱਕ ਕਰਾਉਣਾ। ਕਹਿੰਦੇ ਨਹੀਂ ਤੁਸੀਂ ਡਾਕਟਰ ਬਸਰੇ ਕੋਲ ਅਪਾਇੰਟਮੈਂਟ ਲੈ ਲਓ, ਉਹਨਾਂ ਆਪਾਂ ਕੱਲ ਨੂੰ ਚੈੱਕ ਕਰਾ ਲੈਂਦੇ ਹਾਂ। ਮੈਂ ਉਹਨਾਂ ਨੂੰ ਕਹੀ ਵੀ ਜਾਂਦਾ ਵੀ ਆਪਾਂ ਚੈੱਕ ਦੇਖ ਲਓ, ਜੇ ਹੁਣ ਪ੍ਰੋਬਲਮ ਜ਼ਿਆਦਾ ਲੱਗਦੀ ਤਾਂ ਆਪਾਂ ਹੁਣੀ ਚੈੱਕ ਕਰਾ ਲੈਂਦੇ। ਕਹਿੰਦੇ ਨਹੀਂ ਮੈਂ ਠੀਕ ਆ, ਗੱਲਾਂ ਤੋਂ ਲੱਗਦਾ ਵੀ ਠੀਕ ਆ। ਉਸ ਤੋਂ ਬਾਅਦ 'ਚ ਸਵੇਰੇ 5:30 ਵਜੇ ਮੈਨੂੰ ਭਰਾ ਦਾ ਫੋਨ ਆਇਆ, ਬਈ ਉਹ ਕਹਿੰਦੇ ਵੀ ਡੈਡੀ ਹੁਣੀ ਜ਼ਿਆਦਾ ਸਿਹਤ ਖਰਾਬ ਹੋ ਗਈ ਆ, ਵੀ ਮੈਂ ਲੈ ਕੇ ਆਉਣ ਲੱਗਿਆ ਫਗਵਾੜੇ। ਮੈਂ ਡਾਕਟਰ ਬਸਰੇ ਕੋਲ ਅਪਾਇੰਟਮੈਂਟ ਲਈ ਸੀਗੀ, ਉਹਨੇ 11 ਵਜੇ ਦਾ ਟਾਈਮ ਦਿੱਤਾ ਸੀ, 14 ਤਰੀਕ ਦਾ ਸਵੇਰ ਦਾ, 14 ਮਈ ਦਾ। ਪਰ ਡੈਡੀ ਹੁਣੀ 5:30 ਵਜੇ ਸਵੇਰੇ ਅਸੀਂ ਗਏ ਆ ਇੱਥੋਂ ਹਸਪੀਟਲ, ਲੈ ਗਏ ਗੁਰੂ ਰਵਿਦਾਸ ਮਿਸ਼ਨ ਹਸਪੀਟਲ। ਉੱਥੇ ਅੰਦਰ ਜਾਣ ਕੇ ਜਦੋਂ ਗਏ ਡੈਡੀ ਹੁਣੀ ਆਏ, ਮੈਂ ਦੇਖਿਆ ਉਹਨਾਂ ਨੂੰ। ਮੈਂ ਕਿਹਾ ਡੈਡੀ ਜੀ ਅੰਦਰ ਜਾਣਾ ਪੈਣਾ ਆਪਾਂ ਨੂੰ। ਡੈਡੀ ਕਹਿੰਦੇ ਵੀ ਨਹੀਂ, ਡਾਕਟਰ ਨੂੰ ਇੱਥੇ ਬੁਲਾ ਲਓ, ਤੁਸੀਂ ਗੱਡੀ ਵਿੱਚ ਹੀ ਬੁਲਾ ਲਓ। ਮੈਂ ਕਿਹਾ ਜਦੋਂ ਹੁਣ ਆਪਾਂ ਹਸਪੀਟਲ ਆਏ ਆ ਵੀ ਆਪਾਂ ਅੰਦਰ ਜਾ ਕੇ ਚੈੱਕ ਕਰਾ ਲਾਂਗੇ। ਕਹਿੰਦੇ ਚਲੋ ਠੀਕ ਆ। ਉਹ ਪਹਿਲਾਂ ਹਿੰਮਤ ਹੀ ਜਿੱਦਾਂ ਹਾਰੇ ਸੀ, ਇਦਾਂ ਇੱਕਦਮ ਇਦਾਂ ਦਾ ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਸੀਗਾ। ਫਿਰ ਜਦੋਂ ਇੱਕਦਮ ਗੱਡੀ ਆਪਣੇ ਆਪ ਹੀ ਉੱਠੀ, ਇੱਕਦਮ ਗੱਡੀ ਵਿੱਚੋਂ ਉੱਠਦੇ ਆ ਸਾਰੇ ਹੀ, ਉਹਨਾਂ ਨੇ ਮੈਨੂੰ ਕਹਿੰਦੇ ਚਲੋ ਚੱਲੀਏ ਅੰਦਰ। ਅੰਦਰ ਜਾ ਕੇ ਬੈੱਡ ਤੇ ਪਏ ਆ, ਮੇਰੇ ਹੱਥਾਂ ਦੇ ਵਿੱਚ ਸਿਰਫ 4 ਸਾਲ ਆਏ। ਡਾਕਟਰ ਨੇ ਸਿਰਫ BP ਚੈੱਕ ਕਰਨ ਦਾ ਮੌਕਾ ਮਿਲਿਆ, ਹੋਰ ਕੁਝ ਵੀ ਨਹੀਂ, ਸਿਰਫ ਹੱਥਾਂ 'ਚ 4 ਸਾਲ ਆਏਗੀ ਬਸ। ਇਹ ਉਹਨਾਂ ਨਾਲ ਆਖਰੀ ਗੱਲ ਹੋਈ। ਹਾਂਜੀ, ਮੈਂ ਲਾਸਟ ਵਿੱਚ ਸਾਰੇ ਆਪਣੇ ਸੱਜਣਾ ਮਿੱਤਰਾਂ ਨੂੰ, ਜਾਂ ਡੈਡੀ ਦੇ ਸ਼ਾਗਿਰਦਾਂ ਨੂੰ, ਜਾਂ ਡੈਡੀ ਦੇ ਦੋਸਤਾਂ ਨੂੰ, ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਆ ਕਿ ਮੇਰੇ ਕੋਲੋਂ ਕਈ ਸੱਜਣਾ ਮਿੱਤਰਾਂ ਦੇ ਨਾਮ ਨਹੀਂ ਲਏ ਹੋਏ, ਜਾਂ ਮੈਨੂੰ ਨਾਮ ਯਾਦ ਨਹੀਂ ਆਏ। ਉਹਨਾਂ ਦੇ ਕੋਲੋਂ ਮੈਂ ਖਿਮਾ ਮੰਗਦਾ ਜੀ।
ਬਾਕੀ ਸਾਰੇ ਦੋਸਤ ਜਿੰਨੇ ਵੀ ਡੈਡੀ ਦੇ ਸੱਜਣ ਮਿੱਤਰ ਸ਼ਾਗਿਰਦ ਰਾਈਟਰ ਜਾਂ ਸਿੰਗਰ ਜੋ ਵੀ ਰਿਸ਼ਤੇਦਾਰ ਵੀ ਜਾਂ ਜਿਹੜੇ ਡੈਡੀ ਦੇ ਨਾਲ ਜਿਹਨਾਂ ਦਾ ਪਿਆਰ ਸੀਗਾ ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਡੈਡੀ ਦੇ ਨਾਲ ਬਹੁਤ ਉਹਨੇ ਵਧੀਆ ਨਿਭਾਈ, ਡੈਡੀ ਨੇ ਵੀ ਉਹਨਾਂ ਸਾਰਿਆਂ ਨਾਲ ਬਹੁਤ ਪਿਆਰ ਕੀਤਾ ਤੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਤੇ ਸਦਾ ਹੀ ਸਾਡੇ ਨਾਲ ਇਦਾਂ ਹੀ ਬਣੇ ਰਹੋ ਜੀ। ਸਾਰੇ ਯਾਰ ਦੋਸਤ ਜੋ ਡੈਡੀ ਦੇ ਸੀਗੇ ਜਿਨ੍ਹਾਂ ਦਾ ਮੇਰੇ ਕੋਲ ਨਾਮ ਨਹੀਂ ਵੀ ਲਿਆ ਹੋਇਆ ਉਹਨਾਂ ਦੇ ਕੋਲੋਂ ਮੈਂ ਖਿਮਾ ਮੰਗਦਾ ਜੀ। ਤੇ ਨਾਲ ਦੀ ਨਾਲ ਮੈਂ ਰਵਿਦਾਸੀਆ ਟੀਵੀ ਵਾਲੇ ਸਾਰੇ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਸਾਡੇ ਘਰ ਆਣ ਕੇ ਸਾਨੂੰ ਇਸ ਇੰਨਾ ਮਾਣ ਦਿੱਤਾ ਜੀ। ਅਸੀਂ ਸਾਰਾ ਪਰਿਵਾਰ ਰਵਿਦਾਸੀਆ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਬਾ ਸੁੱਖੀ ਸੁਨਣਾ ਵਾਲੇ ਨੇ ਮੇਰੀ ਜ਼ਿੰਦਗੀ ਵਿੱਚ ਵੀ ਇੱਕ ਅਹਿਮ ਰੋਲ ਰਿਹਾ, ਕਿਉਂਕਿ ਮੈਨੂੰ ਉਹਨਾਂ ਦਾ ਨਿੱਜੀ ਪਿਆਰ ਸੀਗਾ ਤੇ ਅਕਸਰ ਜਦੋਂ ਵੀ ਬੱਲਾ ਡੇਰੇ ਆਉਂਦੇ ਸੀਗੇ ਤਾਂ ਮੇਰੇ ਕੋਲੋਂ ਬੈਠ ਕੇ ਜਾਂਦੇ ਸੀਗੇ, ਤਾਂ ਮੇਰੇ ਕੋਲ ਨਹੀਂ ਘੜੀ ਰੁਕਣਾ, ਦੁਪਹਿਰ ਕੱਟ ਕੇ ਫੇਰ ਜਾਣਾ। ਤੇ ਜਦੋਂ ਮੇਰਾ ਬੇਟੀਆਂ ਸਿੰਗਲ ਟਰੈਕ ਹੋਇਆ ਤਾਂ ਉਦੋਂ ਵੀ ਬਾਬਾ ਜੀ ਮੇਰੇ ਘਰ ਆਏ, ਤਾਂ ਮੈਂ ਸਿੰਗਲ ਟਰੈਕ ਦੀ ਕੋਈ ਗੀਤ ਦੇਖ ਰਿਹਾ ਸੀ ਤਾਂ ਬਾਬਾ ਜੀ ਕਹਿੰਦੇ ਮੈਂ ਗੀਤ ਹੋਰ ਸੋਚਿਆ ਜੀ। ਬਾਬਾ ਜੀ ਨੇ ਮੇਰੀ ਬੁੱਕ ਖੋਲੀ ਤੇ ਕਹਿੰਦੇ ਮਨਜੀਤ ਵੀ ਆਪਾਂ ਆਹ ਗੀਤ ਕਰਨਾ ਕਾਂਛੀ ਵਾਲੇ ਦੁਆਰੇ, ਤੇ ਬਾਬਾ ਜੀ ਨੇ ਵੀ ਉੱਥੇ ਹੀ ਕੰਪੋਜ਼ ਬਹਿ ਕੇ ਬਣਾਈ। ਪਹਿਲਾਂ ਕਹਿੰਦੇ 10 ਮਿੰਟ ਅਟਕਣਾ, ਫਿਰ ਬਾਬਾ ਜੀ ਉੱਥੇ ਮੇਰੇ ਕੋਲ 4 ਘੰਟੇ ਬਹਿ ਕੇ ਗਏ ਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਕਹਿੰਦੇ ਆਪਾਂ ਦਫ਼ਤਰ ਉੱਥੇ ਰਿਆਜ਼ ਕਰਾਂਗੇ, ਦਫ਼ਤਰ ਆ ਜਾ ਕਰੋ। ਤੇ ਲਵੀ ਸਿੰਘ ਆਪਣੇ ਮਲਸੀਆਂ ਪਿੰਡ ਤੋਂ ਸੀ, ਉਹ ਵੀ ਆ ਜਾਂਦੇ ਸੀਗੇ ਤਾਂ ਇੱਥੇ ਲਗਾਤਾਰ ਮਹੀਨਾ ਇੱਕ ਰਿਆਜ਼ ਕਰਾਇਆ ਕੰਪੋਜ਼ ਬਾਬਾ ਜੀ ਦੀ, ਤੇ ਨਾਲ ਰਿਕਾਰਡਿੰਗਾਂ ਵੀ ਕਰਾਉਣ ਜਾਂਦੇ ਰਹੇ ਬਾਬਾ ਜੀ, ਤੇ ਰਿਕਾਰਡਿੰਗ ਬਾਬਾ ਜੀ ਨੇ ਆਪ ਨਾਲ ਕਰਵਾਈ। ਤੇ ਕਾਂਛੀ ਵਾਲੇ ਜਿਹੜਾ ਟਰੈਕ ਆ ਬਹੁਤ ਹੀ ਸਫਲ ਰਿਹਾ, ਉਹਨਾਂ ਦਾ ਬਹੁਤ ਯੋਗਦਾਨ ਆ। ਤਾਂ ਬੱਚਿਆਂ ਨਾਲ ਵੀ ਬਹੁਤ ਪਿਆਰ ਕਰਦੇ, ਉਹਨੀ ਵਿਦੇਸ਼ ਟੂਰ ਵਿੱਚ ਵੀ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਸੀਗਾ। ਬਾਬਾ ਜੀ ਜਾਣਦਾ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਸਾਨੂੰ ਵੀ ਬਹੁਤ ਘਾਟਾ ਪਿਆ ਇਸ ਗੱਲ ਦਾ, ਤੇ ਬਾਬਾ ਜੀ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ। ਤੇ ਇਸ ਵਿਸ਼ੇ ਤੇ ਹੀ ਵਿਜੇ ਕੁਮਾਰ ਜੀ ਨਾਲ ਗੱਲਬਾਤ ਕਰਦੇ ਹਟੇ ਆ। ਤੇ ਵਿਜੇ ਕੁਮਾਰ ਜੀ ਦਾ ਰਵਿਦਾਸੀਆ ਟੀਵੀ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਜੀ ਬਹੁਤ ਬਹੁਤ ਧੰਨਵਾਦ। ਤੇ ਰਵਿਦਾਸੀਆ ਟੀਵੀ ਦੇਖ ਰਹੀ ਸਾਰੀ ਟੀਮ ਨੂੰ ਦਾਸ ਮਨਜੀਤ ਰਾਏ ਵੱਲ ਵੱਲੋਂ ਇੱਕ ਵਾਰੀ ਫੇਰ ਜੈ ਗੁਰਦੇਵ ਜੀ। ਧੰਨਵਾਦ। ਤੇ ਇਸ ਗੱਲ ਤੇ ਹੀ ਰਜਾ ਲੈਂਦੇ ਆ।